ਨਿੱਘਾ ਸਵਾਗਤ ਜੀ ਆਇਆਂ ਨੂੰ। ਹੁੰਦਾ ਕੀ ਹੈ ਕਈ ਵਾਰ ਭੁੱਖ ਲੱਗ ਜਾਂਦੀ ਹੈ। ਉਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਭੁੱਖ ਤਾਂ ਸਾਨੂੰ ਸਾਰਿਆਂ ਨੂੰ ਲੱਗਦੀ ਆ। ਭੁੱਖ ਲੱਗੀ, ਮੈਨੂੰ ਹੋਇਆ ਕਿ ਇੱਕ ਵਾਰ ਭੁੱਖ ਲੱਗੀ ਤੇ ਮੈਂ ਨਾ ਕਿਹਾ ਕਿ ਚਲੋ ਅੱਜ ਬਿਸਕਿਟ ਖਾਏ ਜਾਣ। ਮੈਂ ਬਿਸਕਿਟ ਖਰੀਦ ਲਏ, ਖਾਣ ਲੱਗਾ ਤੇ ਇੱਕ ਛੋਟਾ ਜਿਹਾ ਡੌਗੀ ਰਸਤੇ 'ਚ ਹੁੰਦੇ ਨੇ ਨਾ ਕਈ ਵਾਰ ਨਿੱਕੇ ਨਿੱਕੇ ਡੌਗੀ, ਘੁੰਮਦਾ ਘੁੰਮਦਾ ਮੇਰੇ ਵੱਲ ਝਾਕਣ ਲੱਗ ਪਿਆ, ਪੂੰਛ ਹਿਲਾਉਣ ਲੱਗ ਪਿਆ। ਮੈਂ ਉਹਨੂੰ ਬਿਸਕਿਟ ਪਾਉਣੇ ਸ਼ੁਰੂ ਕਰ ਦਿੱਤੇ। ਆਪ ਮੈਂ ਨਹੀਂ ਹਜੇ ਖਾਧੇ, ਉਹਨੂੰ ਪਾਉਣੇ ਸ਼ੁਰੂ ਕਰ ਦਿੱਤੇ। ਉਹਨੇ ਥੋੜ੍ਹੇ ਜਿਹੇ ਖਾਧੇ, ਮੇਰੇ ਹੱਥ 'ਚ ਸੀ, ਥੋੜ੍ਹੇ ਜਿਹੇ ਫੜੇ ਹੋਏ। ਉਹ ਜਾਂਦਾ ਪਿਆ ਤੇ ਇੰਨੇ ਨੂੰ ਇੱਕ ਸਾਹਮਣੇ ਬੰਦਾ ਆਉਂਦਾ ਪਿਆ। ਅਸੀਂ ਦੇਖਦੇ ਨਾ ਕਈ ਵਾਰ, ਮਤਲਬ ਜਿਸ ਤਰ੍ਹਾਂ ਕੋਈ ਦਿਲ ਟੁੱਟਾ ਹੋਇਆ, ਕੋਈ ਖਿਲਰੇ ਹਾਲਾਤ, ਕੋਈ ਬਿਖਰੇ ਹਾਲਾਤ। ਕਈ ਵਾਰ ਅਸੀਂ ਕਹਿੰਦੇ ਨੀਮ ਪਾਗਲ ਹੈ, ਬੈਗ ਜਿਹਾ ਚੁੱਕਿਆ ਹੋਇਆ। ਤੇ ਮੈਂ ਉਹ ਜਿਹੜਾ ਬਚੇ ਹੋਏ ਬਿਸਕਿਟ ਸੀ ਉਹਦੇ ਵੱਲ ਪੈਕਟ ਕਰ ਦਿੱਤਾ। ਉਹਨੇ ਅੱਗੋਂ ਫੜ ਲਿਆ, ਉਹ ਖਾਂਦਾ ਹੋਇਆ ਤੁਰਿਆ ਜਾ ਰਿਹਾ। ਮੇਰੇ ਹੱਥ 'ਚ 3-4 ਬਿਸਕਿਟ, ਇੱਕ ਮੈਂ ਖਾ ਲਿਆ ਤੇ ਬਾਕੀ 2-3 ਜਿਹੜੇ ਸੀ ਮੇਰੇ ਹੱਥ 'ਚ ਬਚੇ ਹੋਏ ਉਹ ਮੈਂ ਕੰਨ ਤੇ ਰੱਖਤੇ ਕਿ ਪੰਛੀ ਪਰਿੰਦੇ ਖਾ ਲੈਣ। ਤੇ ਮੈਂ ਦੇਖਦਾ ਰਿਹਾ ਤੇ ਮੈਨੂੰ ਬੜਾ ਚੰਗਾ ਲੱਗਾ, ਮੈਨੂੰ ਬੜੀ ਮਤਲਬ ਸਕੂਨ ਮਿਲਿਆ। ਤੇ ਮੈਂ ਥੋੜੀ ਦੇਰ ਬਾਅਦ ਸੋਚਿਆ, ਉਹ ਤੇਰੀ, ਮੈਂ ਤਾਂ ਇੱਕ ਗੱਲ ਭੁੱਲ ਹੀ ਗਿਆ, ਮੈਨੂੰ ਤੇ ਭੁੱਖ ਲੱਗੀ ਹੋਈ ਸੀ। ਸੋ ਆਪਣੀ ਜੋ ਭੁੱਖ ਹੈ ਉਹ ਮੈਨੂੰ ਯਾਦ ਨਹੀਂ ਰਹੀ। ਔਰ ਮੈਨੂੰ ਇਹ ਸਭ ਚੰਗਾ ਲੱਗਾ ਜੋ ਇਹ ਸਭ ਘਟਨਾਵਾਂ ਹੋਈਆਂ। ਇਹ ਸਾਡੇ ਸਾਰਿਆਂ ਨਾਲ ਹੁੰਦਾ, ਅਸੀਂ ਸਾਰੇ ਹੀ ਇੱਦਾਂ ਦੇ ਹਾਂ। ਇਹਨੂੰ ਕਹਿੰਦੇ ਹਾਂ ਅਸੀਂ ਕਿ ਸਾਡੇ ਅੰਦਰ ਜਿਹੜੇ ਕੁਦਰਤੀ ਸੰਸਕਾਰ ਨੇ, ਇੱਕ ਦੂਜੇ ਦੇ ਨਾਲ ਅਸੀਂ ਵੰਡ ਕੇ ਖਾਂਦੇ ਹਾਂ, ਇੱਕ ਦੂਜੇ ਦੇ ਨਾਲ ਅਸੀਂ ਮਦਦ ਵਾਸਤੇ ਖੜੇ ਹੁੰਦੇ ਹਾਂ। ਇਹ ਸਾਡੀ ਜ਼ਿੰਦਗੀ ਦੇ ਸੰਸਕਾਰ ਨੇ, ਇਹੀ ਜੀਵਨ ਹੈ। ਔਰ ਜੀਵਨ ਆਪਣਾ ਰਾਹ ਲੱਭ ਲੈਂਦਾ ਹੈ, ਕਿਸੇ ਵੀ ਹਾਲਾਤ ਦੇ ਵਿੱਚ ਜ਼ਿੰਦਗੀ ਚੱਲਦੀ ਰਹਿੰਦੀ ਹੈ। ਔਰ ਸੰਸਕਾਰ ਸਾਡਾ ਸਾਥ ਦਿੰਦੇ ਨੇ। ਔਰ ਸੰਸਕਾਰਾਂ ਨੂੰ ਹੋਰ ਅੱਗੇ ਕਿਵੇਂ ਵਧਾਇਆ ਜਾ ਸਕਦਾ ਹੈ, ਹੋਰ ਆਪਣੇ ਅੰਦਰ ਵਧੀਆ ਗੁਣ ਕਿੱਦਾਂ ਪੈਦਾ ਕੀਤੇ ਜਾ ਸਕਦੇ ਨੇ, ਇਹਦੇ ਬਾਰੇ ਜਾਣਾਂਗੇ ਅੱਜ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਸ਼੍ਰੀ BS ਰਤਨ, ਸਾਬਕਾ ਇਨਕਮ ਟੈਕਸ ਕਮਿਸ਼ਨਰ। ਬਹੁਤ ਵੱਡਾ ਤਜਰਬਾ ਹੈ ਉਹਨਾਂ ਦਾ, ਕਿਉਂਕਿ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ, ਉਹਨਾਂ ਨੇ ਰਸਾਲਿਆਂ ਦੇ ਵਿੱਚ, ਮੈਗਜ਼ੀਨਸ ਦੇ ਵਿੱਚ ਆਰਟੀਕਲ ਵੀ ਲਿਖੇ ਔਰ ਦੁਨੀਆ ਦਾ ਚੱਕਰ ਲਗਾਇਆ ਔਰ ਥਾਂ ਥਾਂ ਤੇ ਜਾ ਕੇ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰ ਵੀ ਜਾਣੇ ਕੀ ਨੇ ਔਰ ਅੱਜ ਸਾਨੂੰ ਦੱਸਣਗੇ ਸੰਸਕਾਰ ਕੀ ਹੁੰਦੇ ਨੇ। ਆਓ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਤੁਹਾਡਾ ਰਤਨ ਸਾਹਿਬ ਸਾਡੇ ਸ਼ੋਅ ਦੇ ਵਿੱਚ। ਸ਼ੁਕਰੀਆ। ਸੋ ਬੜਾ ਵੈਸੇ ਪਿਆਰਾ ਕੰਬੀਨੇਸ਼ਨ ਆ ਕਿ ਇਨਕਮ ਟੈਕਸ ਦਾ ਡਿਪਾਰਟਮੈਂਟ ਹੋਵੇ ਔਰ ਨਾਲ ਤੁਸੀਂ ਸਾਹਿਤ ਨੂੰ ਲੈ ਕੇ ਤੁਰਦੇ ਹੋ, ਨਾਲ ਤੁਸੀਂ ਸੱਭਿਆਚਾਰ ਨੂੰ ਔਰ ਸੰਸਕਾਰਾਂ ਨੂੰ ਲੈ ਕੇ ਤੁਰਦੇ ਹੋ। ਮੈਂ ਸਭ ਤੋਂ ਪਹਿਲਾਂ ਤੁਹਾਡਾ ਇੱਕ ਪਰਸਨਲ ਸਵਾਲ ਜਾਣਨਾ ਚਾਹਾਂਗਾ ਕਿ ਇਹ ਜਿਹੜਾ ਤੁਹਾਡਾ ਰੁਝਾਨ ਵਧਿਆ ਹੈ, ਕਿਉਂਕਿ ਇਹ ਤਾਂ ਕਿਸੇ ਨੂੰ ਵੀ ਹੋ ਸਕਦਾ ਹੈ, ਕੋਈ ਵੀ ਬੰਦਾ ਕਲਾ ਦਾ ਪ੍ਰੇਮੀ ਹੋ ਸਕਦਾ ਹੈ, ਸਾਹਿਤ ਦਾ ਪ੍ਰੇਮੀ ਹੋ ਸਕਦਾ ਹੈ। ਇਹ ਜਿਹੜਾ ਤੁਹਾਡਾ ਰੁਝਾਨ ਰਿਹਾ ਇਨਕਮ ਟੈਕਸ ਕਮਿਸ਼ਨਰ ਦੇ ਨਾਲ ਇਸ ਨੂੰ ਕਿੱਦਾਂ ਸੰਤੁਲਨ ਬਣਾ ਕੇ ਰੱਖਿਆ ਸਾਰੀ ਉਮਰ ਤੁਸੀਂ? ਸੰਜੀਵ ਜੀ, ਲਿਖਣਾ ਪੜ੍ਹਨਾ ਜਿਹੜਾ ਸੀ ਮੇਰਾ ਸ਼ੁਰੂ ਤੋਂ ਸ਼ੌਕ ਸੀਗਾ। ਕਾਲਜ ਦੇ ਵਿੱਚ ਹੀ ਮੈਂ ਮੈਗਜ਼ੀਨ ਦਾ ਐਡੀਟਰ ਰਿਹਾ, ਐਜ਼ ਪ੍ਰੋਫੈਸਰ ਵੀ ਮੈਗਜ਼ੀਨ ਦਾ ਐਡੀਟਰ ਰਿਹਾ। ਤੋਂ ਜੋ ਚਾਹੇ ਪੋਇਟਰੀ ਲਿਖਦਾ ਸੀ ਜਾਂ ਪ੍ਰੋਜ਼ ਲਿਖਦਾ ਸੀ, ਇਹ ਸ਼ੁਰੂ ਤੋਂ ਆਦਤ ਪਈ ਹੋਈ ਹੈ। ਔਰ ਕਿਤਾਬਾਂ ਪੜ੍ਹਨ ਦੀ, ਸਾਹਿਤ ਨੂੰ ਪੜ੍ਹਨ ਦੀ, ਵਿਚਾਰਨ ਦੀ, ਸੋਚਣ ਦੀ, ਪ੍ਰਚਾਰਨ ਦੀ, ਇਹ ਸਾਰੀ ਗੱਲਬਾਤ ਜਿਹੜੀ ਹੈ ਜ਼ਿੰਦਗੀ ਦੇ ਨਾਲ ਚੱਲਦੀ ਰਹੀ ਔਰ ਇਸ ਨੇ ਤੁਹਾਡੀ ਸ਼ਖਸੀਅਤ ਦਾ ਵਿਕਾਸ ਵੀ ਕੀਤਾ, ਜਿਹਦੇ ਬਾਰੇ ਤੁਸੀਂ ਅੱਜ ਸਾਨੂੰ ਦੱਸੋਗੇ। ਇਹ ਤੁਹਾਡਾ ਆਪਣਾ ਤਜਰਬਾ ਹੈ, ਤੁਹਾਡੀ ਆਪਣੀ ਜ਼ਿੰਦਗੀ ਦੀ ਯਾਤਰਾ ਹੈ। ਸੋ ਇਹ ਕਿਉਂ ਜ਼ਰੂਰਤ ਹੈ ਕਿ ਇਨਸਾਨ ਦੇ ਅੰਦਰ ਇਹ ਚੀਜ਼ ਦਾ ਵਿਕਾਸ ਹੋਵੇ, ਜਿਹਨੂੰ ਅਸੀਂ ਕਹਿੰਦੇ ਸੈਲਫ ਡਿਵੈਲਪਮੈਂਟ, ਸਵੈ ਦਾ ਵਿਕਾਸ ਕਰੋ? ਇਹ ਜ਼ਰੂਰੀ, ਕਿੰਨਾ ਕੁ ਜ਼ਰੂਰੀ? ਸੰਜੀਵ ਜੀ, ਸਵੈ ਵਿਕਾਸ ਜਿਹੜਾ ਹੈ, ਜਿਹਦਾ ਭਾਵ ਹੈ ਕਿ ਅਸੀਂ ਆਪਣੇ ਆਪ ਦਾ ਵਿਕਾਸ ਕਰੀਏ, ਡਿਵੈਲਪ ਕਰੀਏ, ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ। ਸਾਡਾ ਜ਼ਿੰਦਗੀ ਦਾ ਜਿਹੜਾ ਮੰਤਵ ਸਿਰਫ ਖਾਣ ਪੀਣ ਪਹਿਨਣ ਤੱਕ ਹੀ ਸੀਮਤ ਨਹੀਂ ਹੈ, ਬਲਕਿ ਉਸ ਤੋਂ ਉੱਪਰ ਵੀ ਸਾਡੀ ਜਿਹੜੀ ਮਾਨਸਿਕ ਜਿਹੜੀ ਹੈ ਆਜ਼ਾਦੀ, ਮਾਨਸਿਕ ਜਿਹੜੀ ਹੈ ਉਹ ਤਰੱਕੀ, ਔਰ ਆਪਣੇ ਜਿਹੜਾ ਆਚਰਣ ਦੀ ਔਰ ਆਪਣੀ ਪਰਸਨੈਲਿਟੀ ਦੀ ਜਿਹੜੀ ਤਰੱਕੀ ਹੈ ਉਹ ਵੀ ਜ਼ਰੂਰੀ ਹੈ। ਸੋ ਸੈਲਫ ਡਿਵੈਲਪਮੈਂਟ, ਜਿਹੜੀ ਸਵੈ ਵਿਕਾਸ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਬਚਪਨ ਤੋਂ ਲੈ ਕੇ ਅਖੀਰ ਤੱਕ ਸਾਡੇ ਸਰੀਰ ਨਾਲ, ਸਾਡੇ ਮਨ ਨਾਲ ਜੁੜਿਆ ਹੋਇਆ ਹੈ। ਔਰ ਅਸੀਂ ਸੰਸਕਾਰ, ਕਲਚਰ ਜੋ ਵੀ ਸਿੱਖਦੇ ਹਾਂ ਉਹਨਾਂ ਤੋਂ ਅਸੀਂ ਆਪਣੇ ਆਪ ਨੂੰ ਡਿਵੈਲਪ ਕਰਦੇ ਹਾਂ। ਕਿਉਂਕਿ ਬਚਪਨ ਦੇ ਵਿੱਚ ਅਸੀਂ ਮਿੱਟੀ 'ਤੇ ਲਿਖਦੇ ਹਾਂ, ਫਿਰ ਅਸੀਂ ਫੱਟੀ 'ਤੇ ਲਿਖਦੇ ਹਾਂ, ਫਿਰ ਅਸੀਂ ਕਾਗਜ਼ 'ਤੇ ਲਿਖਦੇ ਹਾਂ। ਤਾਂ ਹੌਲੀ ਹੌਲੀ ਜਿਹੜਾ ਲਿਖਣ ਦਾ ਸਫ਼ਰ ਹੈ, ਜਿਹੜੇ ਸ਼ਬਦ ਨੇ ਉਹ ਸ਼ਬਦਾਂ ਦੀ ਪਰਮਾਰ ਬਣਦੀ ਹੈ, ਇੱਕ ਸ਼ਕਤੀ ਬਣਦੀ ਹੈ, ਜਿਸ ਨੂੰ ਅਸੀਂ ਗਿਆਨ ਕਹਿੰਦੇ ਹਾਂ। ਵਿਗਿਆਨ, ਗਿਆਨ ਜਾਂ ਨੌਲੇਜ ਜਿਹਨੂੰ ਕਹਿੰਦੇ ਹਾਂ, ਉਹ ਸਾਡੇ ਪਾਸ ਆ ਜਾਂਦੀ ਹੈ। ਫਿਰ ਸਾਨੂੰ ਉਸ ਦੇ ਬੇਸ 'ਤੇ ਹੀ ਸਾਨੂੰ ਸਰਵਿਸ ਮਿਲਦੀ ਹੈ, ਅਸੀਂ ਦੇਸ਼ ਦੀ ਸੇਵਾ ਕਰਦੇ ਹਾਂ। ਸੋ ਇਸ ਤਰ੍ਹਾਂ ਇਹ ਵਿਕਾਸ ਜਿਹੜਾ ਹੈ ਇਹ ਸਾਡੀਆਂ ਐਕਟੀਵਿਟੀਜ਼ ਨਾਲ, ਸਾਡੀਆਂ ਜਿਹੜੇ ਗਤੀਵਿਧੀਆਂ ਦੇ ਨਾਲ ਜੁੜਿਆ ਹੋਇਆ ਹੈ।
ਤੁਸੀਂ ਇਹ ਬਹੁਤ ਵਧੀਆ ਗੱਲ ਕਹੀ ਕਿ ਪਹਿਲਾਂ ਮਿੱਟੀ ਤੇ ਲਿਖਦੇ ਹਾਂ, ਫਿਰ ਫੱਟੀ ਤੇ ਲਿਖਦੇ ਹਾਂ, ਫਿਰ ਕਾਗਜ਼ ਤੇ ਲਿਖਦੇ ਹਾਂ, ਪਰ ਅੱਜ ਕੱਲ ਦੇ ਬੱਚੇ ਦੇ ਸਿੱਧਾ ਡਿਜੀਟਲ ਲਿਖਦੇ ਨੇ ਕੰਪਿਊਟਰ ਤੇ। ਆਪਣੇ ਤੌਰ ਤੇ ਤਾਂ ਮੈਨੂੰ ਇਹ ਦੱਸਣਾ ਬਣਦਾ ਸੀ। ਤੁਸੀਂ ਆਪਣੀ ਯਾਤਰਾ ਦੀ ਗੱਲ ਕਰ ਰਹੇ ਹੋ, ਠੀਕ ਹੈ ਜੀ। ਜੇ ਡਾਇਰੈਕਟਲੀ ਤੁਸੀਂ ਡਿਜੀਟਲ ਲਿਖਦੇ ਹੋ, ਕੰਪਿਊਟਰ ਤੇ ਲਿਖਦੇ ਹੋ, ਤਾਂ ਵੀ ਤੁਹਾਨੂੰ ਸਵੈ ਵਿਕਾਸ ਤੇ ਚਾਹੀਦਾ ਹੀ ਹੈ। ਸੋ ਅਸੀਂ ਕਈ ਵਾਰ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਦਾ ਮਾਹੌਲ, ਸਾਡੇ ਪਰਿਵਾਰ ਦਾ ਮਾਹੌਲ, ਜਿੱਦਾਂ ਦੇ ਸਾਨੂੰ ਤਜਰਬੇ ਹੁੰਦੇ ਨੇ, ਠੀਕ ਹੈ, ਜ਼ਿੰਦਗੀ ਜਿੱਦਾਂ ਮੈਂ ਕਿਹਾ ਕਿ ਆਪਣੀ ਰਫ਼ਤਾਰ ਨਾਲ ਚੱਲਦੀ ਰਹਿੰਦੀ ਹੈ, ਆਪਣੇ ਅੰਦਾਜ਼ ਨਾਲ ਚੱਲਦੀ ਰਹਿੰਦੀ ਹੈ। ਸਾਡੇ ਅੰਦਰ ਕੁਦਰਤੀ ਗੁਣ ਨੇ ਇੱਕ ਦੂਜੇ ਦੀ ਮਦਦ ਕਰਨ ਦੇ, ਇੱਕ ਦੂਜੇ ਦੇ ਨਾਲ ਖੜੇ ਹੋਣ ਦੇ। ਫਿਰ ਵੀ ਅੜਚਨਾਂ ਤਾਂ ਆਉਂਦੀਆਂ ਹੋਣਗੀਆਂ ਨਾ ਸਵੈ ਵਿਕਾਸ ਦੇ ਵਿੱਚ। ਸੰਜੀਵ ਜੀ, ਸਵੈ ਵਿਕਾਸ ਜਿਹੜਾ ਹੈ ਉਹਦੇ ਵਿੱਚ ਔਰ ਈਵਨ ਮਾਨਵਤਾ ਦੇ ਵਿਕਾਸ ਦੇ ਵਿੱਚ, ਈਵਨ ਸੱਭਿਅਤਾ ਦੇ ਵਿਕਾਸ ਦੇ ਵਿੱਚ ਬਹੁਤ ਵੱਡੀਆਂ ਦੋ ਅੜਚਨਾਂ ਨੇ ਜਿਹੜੀ ਲਾਲਾ ਹਰਦਿਆਲ ਲਿਖਦੇ ਨੇ। ਪਹਿਲੀ ਅੜਚਨ ਹੈ ਖੁਦਗਰਜੀ, ਸੈਲਫਿਸ਼ਨੈਸ, ਗਰੀਡ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਸਾਡੇ ਵਿੱਚੋਂ ਇੰਨਾ ਇਮਾਨਦਾਰ ਨਹੀਂ ਕਿ ਉਹ ਬਿਨਾਂ ਕਿਸੇ ਪੈਸੇ ਦੇ ਜਾਂ ਬਿਨਾਂ ਕਿਸੇ ਗਰਜ਼ ਦੇ ਦੂਸਰੇ ਲਈ ਕੰਮ ਕਰੇ। ਇਹਨੂੰ ਅਸੀਂ ਖੁਦਗਰਜੀ ਕਹਿੰਦੇ ਹਾਂ, ਇਹਨੂੰ ਅਸੀਂ ਸੈਲਫਿਸ਼ਨੈਸ ਕਹਿੰਦੇ ਹਾਂ। ਦੂਸਰੀ ਅੜਚਨ ਹੈ ਜਿਹੜੀ ਸੁਪਰਸਟੀਸ਼ਨ, ਅੰਧ ਵਿਸ਼ਵਾਸ। ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਭਾਰਤ ਦੇ ਵਿੱਚ ਵੀ ਹੈ, ਸਾਰੀ ਦੁਨੀਆ ਦੇ ਵਿੱਚ ਅੰਧ ਵਿਸ਼ਵਾਸ ਫੈਲਿਆ ਹੋਇਆ ਹੈ। ਅਸੀਂ ਗਲਤ ਧਾਰਨਾਵਾਂ ਬਣਾਈਆਂ ਹੋਈਆਂ ਨੇ, ਗਲਤ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਅਸੀਂ ਅੰਧ ਵਿਸ਼ਵਾਸੀ ਧਾਰਨਾਵਾਂ ਨੇ, ਵਿਸ਼ਵਾਸ ਨੇ, ਉਹਨਾਂ ਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ, ਕਿਉਂਕਿ ਅਸੀਂ ਵਹਿਮ ਭਰਮ ਜਿਹੜੇ ਨੇ, ਜਾਦੂ ਟੂਣੇ ਟਾਮਣ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫਸੇ ਰਹਿੰਦੇ ਹਾਂ। ਦੇਖੋ, ਤੁਸੀਂ ਲਾਲਾ ਹਰਦਿਆਲ ਜੀ ਦੀ ਗੱਲ ਕੀਤੀ ਹੈ ਔਰ ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਜੀ। ਔਰ ਉਹਨਾਂ ਦੀ ਇੱਕ ਕਿਤਾਬ ਹੈ ਜੋ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਦੀ ਹੈ, ਵਰਲਡ ਦੀ ਬੈਸਟ ਸੈਲਰ ਜਿਹਨੂੰ ਆਪਾਂ ਕਹਿੰਦੇ ਆ, ਹਿੰਟਸ ਫॉर ਸੈਲਫ ਕਲਚਰ। ਔਰ ਇਹ ਵੀ ਸੈਲਫ ਕਲਚਰ, ਸਵੈ ਵਿਕਾਸ ਦੀ ਗੱਲ ਹੁੰਦੀ ਹੈ। ਉਹਦੇ ਬਾਰੇ ਉਹ ਛੋਟੇ ਛੋਟੇ ਰੈਫਰੈਂਸ ਦਿੰਦੇ ਨੇ, ਹਿੰਟ ਦਿੰਦੇ ਨੇ ਕਿ ਕਿੱਦਾਂ ਨੁਕਤਾ ਨਜ਼ਰ ਸਾਨੂੰ ਰੱਖਣੀ ਚਾਹੀਦੀ ਹੈ ਜ਼ਿੰਦਗੀ ਨੂੰ ਹੋਰ ਅੱਗੇ ਵਧਾਉਣ ਦੇ ਵਿੱਚ। ਆਪਣੇ ਸਮੇਂ ਦੇ ਮੁਤਾਬਿਕ ਉਹਨਾਂ ਨੇ ਉਹ ਚੀਜ਼ਾਂ ਦਾ ਸਾਰਾ ਵਰਣਨ ਕੀਤਾ, ਜਿੱਦਾਂ ਤੁਸੀਂ ਕਿਹਾ ਕਿ ਵਹਿਮਾਂ ਭਰਮਾਂ ਦੀ ਗੱਲ ਕੀਤੀ ਹੈ, ਖੁਦਗਰਜ਼ੀ ਦੀ ਗੱਲ ਕੀਤੀ ਹੈ। ਸੰਜੀਵ ਜੀ, ਲਾਲਾ ਹਰਦਿਆਲ ਜੀ ਬਾਰੇ, ਲਾਲਾ ਹਰਦਿਆਲ ਐਮਏ ਕਿਉਂ ਕਹਿੰਦੇ ਨੇ, ਬੜੀ ਦੇਰ ਬਾਅਦ ਸਮਝ ਆਉਂਦੀ ਹੈ, ਕਿਉਂਕਿ ਇੱਕ ਐਮਏ ਉਹਨਾਂ ਨੇ ਲਾਹੌਰ ਤੋਂ, ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ। ਉਸ ਉਪਰੰਤ ਉਹਨਾਂ ਨੂੰ ਸਕਾਲਰਸ਼ਿਪ ਦਿੱਤਾ ਬ੍ਰਿਟਿਸ਼ ਗਵਰਨਮੈਂਟ ਨੇ, ਉਹਨਾਂ ਨੇ ਜਾ ਕੇ ਲੰਡਨ ਤੋਂ ਐਮਏ ਕੀਤੀ ਔਰ ਆਰਟੀਕਲਸ ਲਿਖ ਕੇ ਉਹਨਾਂ ਨੇ ਆਪਣੇ ਪੈਸੇ ਕਮਾ ਕੇ ਬ੍ਰਿਟਿਸ਼ ਸਰਕਾਰ ਨੂੰ ਵਾਪਸ ਕਰਤੇ ਕਿ ਮੈਂ ਗੁਲਾਮੀ ਨਹੀਂ ਹਟਾਉਣਾ ਚਾਹੀਦਾ, ਤੁਸੀਂ ਮੇਰੇ ਮੁਲਕ ਨੂੰ ਗੁਲਾਮ ਬਣਾਇਆ ਹੋਇਆ। ਸੋ ਜਦੋਂ ਉਹਨਾਂ ਨੇ ਸਾਰੇ ਪੈਸੇ ਸਕਾਲਰਸ਼ਿਪ ਵਾਲੇ ਵਾਪਸ ਕੀਤੇ ਤਾਂ ਗਵਰਨਮੈਂਟ ਨਾਰਾਜ਼ ਹੋ ਕੇ ਉਹਦੇ ਨਾਲ ਖਫਾ ਹੋ ਗਈ ਇੱਕ ਤਰ੍ਹਾਂ, ਔਰ ਉਹਨਾਂ ਨੂੰ ਕਿਹਾ ਕਿ 3 ਸਾਲ ਲਈ ਤੁਸੀਂ ਕਿਸੇ ਵੀ ਮੁਲਕ 'ਚ ਨਹੀਂ ਜਾ ਸਕਦੇ। ਸੋ ਇੰਗਲੈਂਡ ਦੇ ਵਿੱਚ ਰਹਿਣਾ ਪਿਆ ਔਰ ਉੱਥੇ ਰਹਿੰਦੇ ਹੋਏ ਉਹਨਾਂ ਨੇ PhD ਕੀਤੀ ਬੁੱਧਿਸਟ ਲਿਟਰੇਚਰ ਦੇ ਵਿੱਚ। ਸੋ ਜਿਹੜੀ ਤੁਸੀਂ ਹਿੰਟਸ ਫਾਰ ਸੈਲਫ ਕਲਚਰ ਦੀ ਗੱਲ ਕੀਤੀ ਹੈ, ਇਹ 1935 ਦੇ ਵਿੱਚ ਛਪੀ ਸੀ। ਬਹੁਤ ਸਾਲ ਸਾਨੂੰ ਭਾਰਤ ਸਰਕਾਰ ਨੂੰ ਜਿਹੜੀ ਇਸ ਨੂੰ ਛਪਾਉਣ ਦਾ ਜਿਹੜਾ ਰਾਈਟ ਨਹੀਂ ਮਿਲਿਆ ਹੈ, ਉੱਥੇ ਲੰਡਨ ਛਪਦੀ ਰਹੀ ਕਿਤਾਬ। ਸੋ ਇਸ ਹਿੰਟਸ ਫਾਰ ਸੈਲਫ ਕਲਚਰ ਦੇ ਵਿੱਚ ਉਹਨਾਂ ਨੇ ਆਪਣੀ ਬਹੁਪੱਖੀ ਜਿਹੜੀ ਸ਼ਖਸੀਅਤ ਦੀ, ਚਰਿੱਤਰ ਦੀ ਜਿਹੜੀ ਡਿਵੈਲਪਮੈਂਟ ਉਹ ਦੱਸੀ ਹੈ। ਸੋ ਚਰਿੱਤਰ ਨੂੰ ਔਰ ਸ਼ਖਸੀਅਤ ਨੂੰ ਜਿਹੜਾ ਵਖਰੇਵਾਂ ਕਰਨਾ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਲਾਲਾ ਬਿਲਕੁਲ ਸਹੀ ਗੱਲ ਹੈ, ਕਿਉਂਕਿ ਜੋ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਉਹ ਜਿਹੜੀ ਵੈਸਟਰਨ ਦੁਨੀਆ ਹੈ, ਪੱਛਮੀ ਦੇਸ਼ ਨੇ, ਉਹਨਾਂ ਵਾਸਤੇ ਇੱਕ ਨਵੀਂ ਗੱਲ ਸੀ ਜੀ, ਕਿਉਂਕਿ ਉਹਨਾਂ ਨੇ ਆਪਣੀ ਧਰਤੀ ਦੇ ਜਿਹੜੇ ਸਾਰੇ ਵੇਦ ਸ਼ਾਸਤਰ ਗ੍ਰੰਥ, ਸਾਡੀਆਂ ਧਾਰਮਿਕ ਪੁਸਤਕਾਂ, ਉਹਨਾਂ ਦਾ ਨਿਚੋੜ ਉਸ ਪੁਸਤਕ ਦੇ ਵਿੱਚ ਉਹਨਾਂ ਨੇ ਲਿਖਿਆ, ਜੋ ਉਹਨਾਂ ਵਾਸਤੇ ਇੱਕ ਨਵਾਂ ਗਿਆਨ ਸੀ। ਇਸ ਕਰਕੇ ਉਹਨਾਂ ਨੇ ਬਹੁਤ ਪਸੰਦ ਕੀਤਾ ਇਸ ਚੀਜ਼ ਨੂੰ। ਤੇ ਤੁਸੀਂ ਦੂਜੀ ਗੱਲ ਕੀਤੀ ਹੈ ਚਰਿੱਤਰ ਤੇ ਵਿਕਾਸ। ਜਿਹੜਾ ਚਰਿੱਤਰ ਹੈ ਉਹ ਤੇ ਸਾਨੂੰ ਸਕੂਲਾਂ 'ਚ ਸਾਨੂੰ ਸਿਖਾਇਆ ਜਾਂਦਾ ਚਰਿੱਤਰ ਦਾ ਵਿਕਾਸ ਕਿਵੇਂ ਕਰਨਾ ਹੈ, ਤੇ ਸ਼ਖਸੀਅਤ ਕੋਈ ਵੱਖਰੀ ਚੀਜ਼ ਹੈ ਚਰਿੱਤਰ ਨਾਲੋਂ। ਸੰਜੀਵ ਜੀ, ਚਰਿੱਤਰ ਜਿਹਨੂੰ ਅਸੀਂ ਕਰੈਕਟਰ ਕਹਿੰਦੇ ਆ, ਚਰਿੱਤਰ ਜਿਹੜਾ ਹੈ ਉਹ ਅਸੀਂ ਪੇਰੈਂਟਸ ਤੋਂ, ਆਪਣੇ ਮਾਪਿਆਂ ਤੋਂ, ਅਧਿਆਪਕਾਂ ਤੋਂ, ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਸਿੱਖਦੇ ਹਾਂ। ਉਸ ਤੋਂ ਇਲਾਵਾ ਅਸੀਂ ਜਿਹੜੇ ਸਾਡੇ ਧਾਰਮਿਕ ਗ੍ਰੰਥ ਨੇ, ਕਿਸੇ ਤਰ੍ਹਾਂ ਦਾ ਵੀ ਧਰਮ ਹੈ, ਉਹ ਸਾਰੇ ਸਮੂਹ ਧਰਮ ਨੇ ਜਿਹੜੇ, ਉਹਨਾਂ ਦੇ ਸਿਧਾਂਤ ਨੇ ਜਿਹੜੇ, ਉਹ ਮੇਲ ਖਾਂਦੇ ਨੇ ਤਕਰੀਬਨ ਮਾਨਵਤਾ ਦੇ ਭਲੇ ਲਈ, ਨੇਕੀ ਲਈ, ਮਿੱਠਤ ਲਈ, ਨਿਮਰਤਾ ਲਈ, ਇਸ ਲਈ ਜਾਣੇ ਜਾਂਦੇ ਆ। ਉਹ ਸਾਰੀਆਂ ਚੀਜ਼ਾਂ ਅਸੀਂ ਉੱਥੋਂ ਸਿੱਖਦੇ ਹਾਂ। ਇਸ ਦੇ ਨਾਲ ਸਾਡਾ ਜਿਹੜਾ ਚਰਿੱਤਰ ਹੈ ਉਸ ਦਾ ਨਿਰਮਾਣ ਹੁੰਦਾ ਹੈ। ਅੱਛਾ ਜੀ, ਚਰਿੱਤਰ ਦਾ ਨਿਰਮਾਣ ਹੁੰਦਾ ਹੈ, ਪਰ ਨਾਲ ਕਿਉਂਕਿ ਜਦੋਂ ਅਸੀਂ ਜਵਾਨ ਹੋ ਜਾਂਦੇ ਹਾਂ ਉਦੋਂ ਸਾਨੂੰ ਰੋਜੀ ਰੋਟੀ ਦੀ ਲੋੜ ਹੁੰਦੀ ਹੈ, ਸਾਨੂੰ ਸਰਵਿਸ ਕਰਨ ਦੀ ਲੋੜ ਹੁੰਦੀ ਹੈ ਜਾਂ ਬਿਜ਼ਨਸ ਕਰਨ ਦੀ ਲੋੜ ਹੁੰਦੀ ਹੈ। ਫਿਰ ਅਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਰਾਸ਼ਦੇ ਹਾਂ, ਕੱਢਦੇ ਹਾਂ ਕਿ ਸਾਡੀ ਜਿਹੜੀ ਸ਼ਖਸੀਅਤ, ਜਿਹਨੂੰ ਅਸੀਂ ਸ਼ਖਸੀਅਤ ਕਹਿੰਦੇ ਹਾਂ, ਉਹ ਉੱਭਰ ਕੇ ਆਵੇ ਲੋਕਾਂ ਦੇ ਸਾਹਮਣੇ, ਕੰਪੀਟੀਸ਼ਨ ਦੇ ਵਿੱਚ ਦੂਜਿਆਂ ਤੋਂ ਅਗਾਂਹ ਵਧਣ ਦੀ ਜਿਹੜੀ
ਬਿਰਤੀ ਹੈ ਜਾਂ ਜਿਹੜੀ ਚਾਹਤ ਹੈ, ਉਸ ਨੂੰ ਅਸੀਂ ਸ਼ਖਸੀਅਤ ਕਹਿੰਦੇ ਹਾਂ, ਜਿਹਨੂੰ ਅਸੀਂ ਪ੍ਰੋਐਕਟਿਵ ਦਾ ਮਤਲਬ ਦੂਜਿਆਂ ਤੋਂ ਅੱਗੇ ਵਧਣਾ ਜਾਂ ਪਹਿਲ ਕਦਮੀ ਕਰਨਾ। ਯਾਨੀ ਅਸੀਂ ਸਾਬਤ ਸਾਨੂੰ ਕਰਨਾ ਪੈਂਦਾ ਹੈ ਕਿ ਅਸੀਂ ਦੂਸਰਿਆਂ ਤੋਂ ਕਾਬਲ ਹਾਂ। ਕੰਪੀਟੀਸ਼ਨ ਦੇ ਵਿੱਚ, ਮੁਕਾਬਲੇ ਦੀ ਪ੍ਰੀਖਿਆ ਦੇ ਵਿੱਚ, ਜਾਂ ਜਿੱਥੇ ਵੀ ਕੋਈ ਇੰਟਰਵਿਊ ਹੁੰਦੀ ਹੈ, ਉੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦੀ, ਯਾਨੀ ਸਾਹਮਣੇ ਪੇਸ਼ ਕਰਨ ਦੀ। ਪੇਸ਼ ਕਰਨ ਵਿੱਚ ਅਸੀਂ ਆਪਣੇ ਜਿਹੜੇ ਸਾਡੇ ਗੁਣ ਨੇ, ਸਾਡੇ ਅੰਦਰਲੇ ਜਿਹੜੇ ਗੁਣ ਨੇ, ਉਹਨਾਂ ਗੁਣਾਂ ਦੀ ਨੁਮਾਇਸ਼ ਕਰਦੇ ਹਾਂ, ਉਹਨਾਂ ਗੁਣਾਂ ਨੂੰ ਪੇਸ਼ ਕਰਦੇ ਹਾਂ, ਤਾਂ ਕਿ ਸਾਹਮਣੇ ਵਾਲਾ ਵਿਅਕਤੀ ਇਹ ਸਮਝ ਸਕੇ ਕਿ ਅਸੀਂ ਇਸ ਨੌਕਰੀ ਦੇ ਕਾਬਲ ਹੈ, ਇਸ ਬਿਜ਼ਨਸ ਦੇ ਕਾਬਲ ਹੈ, ਇਸ ਮਿਸ਼ਨ ਦੇ ਕਾਬਲ ਹੈ, ਔਰ ਅਸੀਂ ਇੱਕ ਸਫਲ ਇਨਸਾਨ ਜਿਹੜੇ ਹੈ ਉਹਦੇ ਲਈ ਡਿਜ਼ਰਵ ਕਰਦੇ ਹਾਂ ਜੀ। ਔਰ ਮੈਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਦੋ ਪੱਖ ਰੱਖੇ ਨੇ ਰਤਨ ਸਾਹਿਬ ਨੇ। ਇੱਕ ਤਾਂ ਹੈ ਚਰਿੱਤਰ ਦਾ ਵਿਕਾਸ ਤੇ ਇੱਕ ਹੈ ਤੁਹਾਡੀ ਸ਼ਖਸੀਅਤ ਦਾ ਵਿਕਾਸ, ਯਾਨੀ ਇੱਕ ਹੈ ਕਰੈਕਟਰ ਡਿਵੈਲਪਮੈਂਟ, ਇੱਕ ਹੈ ਪਰਸਨੈਲਿਟੀ ਡਿਵੈਲਪਮੈਂਟ। ਤੁਸੀਂ ਵਧੀਆ ਗੁਣਾਂ ਦੇ ਧਾਰਨੀ ਹੋ ਸਕਦੇ ਹੋ, ਪਰ ਜੇ ਤੁਹਾਡੀ ਪਰਸਨੈਲਿਟੀ ਤੁਹਾਡਾ ਸਾਥ ਨਹੀਂ ਦਿੰਦੀ ਤਾਂ ਉਹ ਵਧੀਆ ਗੁਣ ਕਿਤੇ ਲੁਕੇ ਰਹਿਣਗੇ। ਇਸ ਕਰਕੇ ਵਧੀਆ ਗੁਣ ਦੇ ਵਿਕਾਸ ਦੇ ਨਾਲ ਨਾਲ, ਚਰਿੱਤਰ ਦਾ ਵਿਕਾਸ ਦੇ ਨਾਲ ਨਾਲ ਤੁਸੀਂ ਪਰਸਨੈਲਿਟੀ, ਆਪਣੀ ਸ਼ਖਸੀਅਤ ਦਾ ਵਿਕਾਸ ਵੀ ਕਰੋ। ਮਤਲਬ ਪ੍ਰੈਜ਼ੈਂਟੇਬਲ ਬਣੋ, ਦੂਜਿਆਂ ਦੇ ਸਾਹਮਣੇ ਉਹ ਗੱਲ ਰੱਖ ਸਕੋ ਔਰ ਦੂਜਿਆਂ ਦੇ ਉੱਤੇ ਤੁਹਾਡਾ ਪ੍ਰਭਾਵ ਪੈ ਸਕੇ। ਬਹੁਤ ਖੂਬਸੂਰਤ ਗੱਲ ਹੈ ਜੀ ਇਹ। ਸ਼ੁਕਰੀਆ। ਸੋ ਇਹਦੇ ਵਿੱਚ ਇੱਕ ਚੀਜ਼ ਆਉਂਦੀ ਹੈ, ਜਦੋਂ ਪੰਡਿਤ ਨਹਿਰੂ ਕਹਿੰਦੇ ਨੇ, ਜਿਵੇਂ ਤੁਸੀਂ ਲਾਲਾ ਹਰਦਿਆਲ ਜੀ ਦੀ ਗੱਲ ਕੀਤੀ ਹੈ, ਆਪਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਵੀ ਗੱਲ ਕਰੀਏ, ਕਿ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਸਾਰੀ ਦੁਨੀਆ ਦੇ ਚਰਿੱਤਰ ਨੂੰ ਮਿਲਾ ਕੇ, ਸਾਰੀ ਦੁਨੀਆ ਦੇ ਕਲਚਰ ਨੂੰ ਮਿਲਾ ਕੇ ਇੱਕ ਕਲਚਰ ਪੈਦਾ ਕੀਤਾ ਜਾਵੇ। ਡਿਸਕਵਰੀ ਆਫ ਇੰਡੀਆ ਉਹਨਾਂ ਦੀ ਕਿਤਾਬ ਦੇ ਵਿੱਚ, ਉਹ ਵੀ ਬੈਸਟ ਸੈਲਰ ਹੈ। ਉਹਨਾਂ ਨੇ ਗੱਲ ਕੀਤੀ ਹੈ ਸਾਇੰਟੀਫਿਕ ਟੈਂਪਰਾਮੈਂਟ, ਵਿਗਿਆਨਿਕ ਸੋਚ। ਇਹ ਕਿੱਥੇ ਤੱਕ ਸਾਥ ਦਿੰਦੀ ਹੈ? ਸੰਜੀਵ ਜੀ, ਵਿਗਿਆਨਿਕ ਸੋਚ ਜਿਹਨੂੰ ਅਸੀਂ ਸਾਇੰਟੀਫਿਕ ਥਿੰਕਿੰਗ ਕਹਿੰਦੇ ਹਾਂ, ਸਾਡਾ ਜਿਹੜਾ ਬੈਂਟ ਆਫ ਮਾਈਂਡ ਹੈ, ਸਾਡੀ ਜਿਹੜੀ ਮਨੋਬਿਰਤੀ ਹੈ, ਉਹ ਜਿੰਨੀ ਦੇਰ ਤੱਕ ਸਿਧਾਂਤਿਕ ਤੌਰ ਤੇ, ਤੁਲਨਾਤਮਕ ਤੌਰ ਤੇ ਸਹੀ ਨਹੀਂ, ਸੇਧ ਨਹੀਂ ਸਾਡੇ ਪਾਸ ਹੁੰਦੀ, ਉਨੀ ਦੇਰ ਤੱਕ ਅਸੀਂ ਕਾਮਯਾਬ ਨਹੀਂ ਹੁੰਦੇ। ਸੋ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ, ਜਿਹੜਾ ਬੌਧਿਕ ਸਦਾਚਾਰ ਹੈ, ਜਿਹਨੂੰ ਇੰਟੈਲੈਕਚੁਅਲ ਕਲਚਰ ਅਸੀਂ ਕਹਿੰਦੇ ਹਾਂ, ਉਹ ਇੰਟੈਲੈਕਚੁਅਲ ਕਲਚਰ ਇਸੇ ਚੀਜ਼ ਤੋਂ ਪੈਦਾ ਹੁੰਦਾ ਹੈ ਕਿ ਅਸੀਂ ਵੱਖ-ਵੱਖ ਵਿਸ਼ੇ ਪੜ੍ਹਦੇ ਹਾਂ, ਚਾਹੇ ਉਹ ਵਿਗਿਆਨ ਹੈ, ਚਾਹੇ ਉਹ ਕਲਾ ਹੈ। ਵਿਕਟਰ ਹੀਗੋ ਨੇ ਕਿਹਾ ਕਿ ਕਲਾ ਜਿਹੜੀ ਸਾਨੂੰ ਉਹ ਗੁਲਾਮੀ ਤੋਂ ਛੁਟਕਾਰਾ ਦਿਵਾਉਂਦੀ ਹੈ। ਕਲਾ ਕੀ ਹੈ? ਕਲਾ ਇਹੀ ਹੈ, ਅਸੀਂ ਮੈਥ ਪੜ੍ਹਦੇ ਹਾਂ, ਸਾਨੂੰ ਐਗਜ਼ੈਕਟਨੈਸ ਪਤਾ ਲੱਗਦੀ ਹੈ। ਅਸੀਂ ਪੋਲੀਟੀਕਲ ਸਾਇੰਸ ਪੜ੍ਹਦੇ ਹਾਂ ਤਾਂ ਸਾਨੂੰ ਗਵਰਨਮੈਂਟ ਦੀ ਵਰਕਿੰਗ ਦਾ ਪਤਾ ਲੱਗਦਾ ਹੈ। ਅਸੀਂ ਇਕਨੋਮਿਕਸ ਪੜ੍ਹਦੇ ਹਾਂ ਤਾਂ ਸਾਨੂੰ ਇਕਨੋਮਿਕਸ ਦੇ ਜਿਹੜੇ ਸਿਧਾਂਤ ਨੇ, ਉਹਦੀ ਪ੍ਰੋਡਕਸ਼ਨ ਕਿਵੇਂ ਹੈ, ਕੰਜ਼ੰਪਸ਼ਨ ਕਿਵੇਂ, ਯਾਨੀ ਪੈਦਾਵਾਰ ਕਿਵੇਂ, ਫਿਰ ਉਸ ਨੂੰ ਕੰਜ਼ਿਊਮ ਕਿੱਦਾਂ ਹੁੰਦਾ, ਫਿਰ ਉਸ ਦਾ ਡਿਸਟ੍ਰੀਬਿਊਸ਼ਨ ਯਾਨੀ ਵਿਤਰਨ ਕਿਸ ਤਰ੍ਹਾਂ ਹੁੰਦਾ। ਯਾਨੀ ਇਕਨੋਮਿਕਸ ਅਗਰ ਇਸ ਤਿੰਨਾਂ ਚੀਜ਼ਾਂ ਦਾ ਕੰਟਰੋਲ ਹੋਵੇ ਕਿਸੇ ਵੀ ਮੁਲਕ ਤੇ, ਰਾਦਰ ਵਿਸ਼ਵ ਦੇ ਵਿੱਚ, ਤਾਂ ਜਿਹੜੀ ਹੈ ਬਹੁਤ ਹੀ ਖੁਸ਼ਹਾਲੀ ਪੈਦਾ ਹੋ ਸਕਦੀ ਹੈ। ਇਹਨਾਂ ਦਾ ਸੰਤੁਲਨ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜਾ ਬੌਧਿਕ ਵਿਕਾਸ ਜੀ ਦੀ ਤੁਸੀਂ ਗੱਲ ਵਿਗਿਆਨਕ ਸੋਚ ਵਾਲੀ ਗੱਲ ਕੀਤੀ ਹੈ, ਵਿਗਿਆਨਕ ਸੋਚ ਐਵੇਂ ਨਹੀਂ ਪੈਦਾ ਹੋ ਜਾਂਦੀ, ਕਿਉਂਕਿ ਇਹ ਪੈਦਾ ਤਾਂ ਹੁੰਦੀ ਹੈ ਜੇ ਅਸੀਂ ਗਿਆਨਵਾਨ ਹੋਵਾਂਗੇ, ਜੇ ਅਸੀਂ ਬੁੱਕਸ ਪੜ੍ਹਾਂਗੇ, ਜੇ ਅਸੀਂ ਅਲੱਗ-ਅਲੱਗ ਵਿਸ਼ਿਆਂ ਨੂੰ ਜਾਣਾਂਗੇ, ਜੇ ਅਸੀਂ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਜਿਹੜੇ ਸਿਧਾਂਤ ਦਿੱਤੇ ਹੈ ਉਹਨਾਂ ਨੂੰ ਗ੍ਰਹਿਣ ਕਰਕੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਉਹਨਾਂ ਨੂੰ ਰਚਾਵਾਂਗੇ। ਜਿੰਨੀ ਦੇਰ ਤੱਕ ਸਾਡੀ ਜੀਵਨ ਸ਼ੈਲੀ ਜਿਹੜੀ ਹੈ ਉਹ ਪਰਿਪੱਕ ਨਹੀਂ ਹੁੰਦੀ, ਉਹ ਲੋਕਾਂ ਨੂੰ ਪਸੰਦ ਨਹੀਂ ਆਉਂਦੀ, ਉਨੀ ਦੇਰ ਤੱਕ ਜਿਹੜੇ ਸਾਡਾ ਇੰਟੈਲੈਕਟ ਜਿਹਨੂੰ ਅਸੀਂ ਇਖਲਾਕ ਕਰਦੇ ਹਾਂ, ਉਹ ਇਖਲਾਕ ਉੱਚਾ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਦਾ ਜੋ ਮਹਾਵਾਕ ਹੈ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ ਜੀ। ਸੋ ਉੱਪਰ ਸੱਚ ਆਚਾਰ ਦਾ ਮਤਲਬ ਹੈ ਸੱਚ ਜਿਹੜਾ ਹੈ ਉਹਦੇ ਨਾਲੋਂ ਆਚਾਰ ਜਿਹੜਾ ਸਾਡਾ, ਆਚਰਣ, ਕੰਡਕਟ ਜਿਹੜਾ ਸਾਡਾ, ਉਹ ਇੰਪੋਰਟੈਂਟ ਹੈ, ਉਹ ਬਹੁਤ ਵੈਲਿਊਏਬਲ ਹੈ। ਬੇਸ਼ੱਕ ਕੋਈ ਬੰਦਾ ਕਿੰਨਾ ਹੀ ਵੱਡਾ ਹੋਵੇ, ਜਿੰਨੀ ਦੇਰ ਤੱਕ ਉਹ ਲੋਕਾਂ ਦੇ ਵਿੱਚ ਨਿਮਰਤਾ ਨਾਲ, ਪਿਆਰ ਨਾਲ ਨਹੀਂ ਵਿਚਰਦਾ, ਜਿੰਨੀ ਦੇਰ ਤੱਕ ਉਸ ਦਾ ਜਿਹੜਾ ਵਿਵਹਾਰ ਹੈ ਉਹ ਸਹੀ ਨਹੀਂ ਹੁੰਦਾ, ਜਿੰਨੀ ਦੇਰ ਤੱਕ ਉਹ ਆਪਣਾ ਦ੍ਰਿਸ਼ਟੀਕੋਣ ਨਹੀਂ ਦੱਸਦਾ, ਜਿੰਨੀ ਦੇਰ ਤੱਕ ਉਹ ਕਿਸੇ ਵੀ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੁੰਦਾ, ਉਨੀ ਦੇਰ ਤੱਕ ਉਹ ਸੱਚ ਦਾ ਕੋਈ ਫਾਇਦਾ ਨਹੀਂ। ਸੱਚ ਨੂੰ ਜਿੱਥੇ ਮਰਜ਼ੀ ਚੁੱਕੀ ਫਿਰੋ। ਵਿੱਚ ਆਚਰਣ ਜਿਹੜਾ ਹੈ ਗੁਰੂ ਨਾਨਕ ਦੇ ਹੋਰਾਂ ਦੇ ਮੁਤਾਬਕ ਬਹੁਤ ਜ਼ਰੂਰੀ ਹੈ। ਮਤਲਬ ਪ੍ਰੈਕਟੀਕਲ। ਹਾਂ, ਪ੍ਰੈਕਟੀਕਲ। ਤੁਸੀਂ ਦੇਖਿਆ ਆਪਣਾ ਸੁਰਜੀਤ ਪਾਤਰ ਦੀਆਂ 17 ਜਿਨ੍ਹਾਂ ਨੂੰ ਕਹਿੰਦੇ ਆ, ਅਕਸਰ ਜਿਹੜੀਆਂ ਕੋਟ ਕੀਤੀਆਂ ਜਾਂਦੀਆਂ ਨੇ, ਮੈਂ ਰਾਹਾਂ ਤੇ ਨਹੀਂ ਚੱਲਦਾ, ਮੈਂ ਰਾਹਾਂ ਤੇ ਨਹੀਂ ਚੱਲਦਾ, ਮੈਂ ਚੱਲਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੱਕ ਕਾਫਲੇ ਆਉਂਦੇ, ਮੇਰੇ ਪਿੱਛੇ ਗਵਾਹ ਬਣਦੇ। ਸੋ ਤੁਹਾਡੀਆਂ ਜਿਹੜੀਆਂ ਸੋਚ ਹੈ, ਤੁਹਾਡੀ ਜਿਹੜੀ ਸ਼ਖਸੀਅਤ ਹੈ, ਤੁਹਾਡਾ ਜਿਹੜਾ ਚਰਿੱਤਰ ਹੈ ਜੀ, ਉਸ ਨਾਲ ਤੁਸੀਂ ਅੱਗੇ ਵਧਣਾ ਹੈ। ਅੱਗੇ ਵਧ ਕੇ ਤੁਸੀਂ ਲੀਡ ਕਰਨਾ ਹੈ, ਯਾਨੀ ਤੁਸੀਂ ਲੀਡਰ ਬਣਨਾ ਹੈ ਜ਼ਿੰਦਗੀ ਦੇ ਵਿੱਚ। ਸਾਨੂੰ ਜ਼ਿੰਦਗੀ ਮਿਲੀ ਇਸ ਵਾਸਤੇ ਹੈ ਕਿ ਅਸੀਂ ਸਮਾਜ ਨੂੰ, ਅਸੀਂ ਵਿਸ਼ਵ ਨੂੰ, ਅਸੀਂ ਮਾਨਵਤਾ ਨੂੰ ਕੁਝ ਨਾ ਕੁਝ ਦੇ ਸਕੀਏ, ਆਪਣੇ ਵੱਲੋਂ ਯੋਗਦਾਨ ਪਾ ਸਕੀਏ। ਮਤਲਬ ਇਹੀ ਹੈ ਸਦਾਚਾਰ, ਇਹੀ ਹੈ ਇਹ ਸਦਾਚਾਰ ਕਿ ਤੁਹਾਡੀ ਜਿਹੜੀ ਸਿੱਖਿਆ ਹੈ, ਜਦੋਂ ਤੁਸੀਂ ਉਹਨੂੰ
ਪ੍ਰੈਕਟੀਕਲੀ ਉਹਨੂੰ ਪ੍ਰਯੋਗ ਕਰਦੇ ਹੋ। ਜੀ ਜੀ ਜਿਵੇਂ ਕਿਹਾ ਜਾਂਦਾ ਨਾ ਕਿ ਸਿੱਖਿਆ ਕੀ ਹੈ, ਤੁਹਾਡਾ ਵਤੀਰਾ, ਤੁਹਾਡਾ ਬਿਹੇਵੀਅਰ, ਹਾਂ। ਤੁਸੀਂ ਕਿਸ ਤਰ੍ਹਾਂ ਲੋਕਾਂ ਨਾਲ ਵਿਚਰਦੇ ਹੋ। ਬਹੁਤ ਵਧੀਆ ਗੱਲ ਹੈ। ਉਹ ਕਿੱਥੋਂ ਲੈਣੇ ਅਸੀਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਗ੍ਰਹਿਣ ਕਰਦੇ ਹਾਂ। ਲਾਈਵਸ ਆਫ ਗ੍ਰੇਟ ਮੈਨ ਆਲ ਰਿਮਾਈਂਡ ਅਸ, ਮਹਾਨ ਵਿਅਕਤੀਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਉਹਨਾਂ ਤੋਂ ਸਾਨੂੰ ਪਤਾ ਲੱਗਦਾ। ਲੀਵਿੰਗ ਬਿਹਾਈਂਡ ਫੁੱਟਪ੍ਰਿੰਟਸ ਔਨ ਦ ਸੈਂਡਸ ਆਫ ਟਾਈਮ, ਜਦੋਂ ਇਹ ਲੌਂਗਫੈਲੋ H.W. ਲੌਂਗਫੈਲੋ ਦੀਆਂ ਲਾਈਨਾਂ ਨੇ, ਅਸੀਂ ਮਹਾਨ ਵਿਅਕਤੀਆਂ ਦੀਆਂ ਜ਼ਿੰਦਗੀਆਂ ਨੂੰ ਪੜ੍ਹ ਕੇ ਇਹ ਵੇਖਦੇ ਹਾਂ, ਜਾਣਦੇ ਹਾਂ ਕਿ ਉਹਨਾਂ ਨੇ ਕਿੰਨੀ ਮੁਸ਼ੱਕਤ, ਕਿੰਨੀ ਮਿਹਨਤ ਕੀਤੀ ਔਰ ਮਿਹਨਤ ਕਰਕੇ ਉਹ ਕਿੱਥੇ ਪਹੁੰਚੇ, ਚਾਹੇ ਉਹ ਵਿਗਿਆਨ ਦੇ ਖੇਤਰ 'ਚ ਹੈ, ਚਾਹੇ ਉਹ ਕਲਾ ਦੇ ਖੇਤਰ 'ਚ ਹੈ, ਚਾਹੇ ਉਹ ਸੰਗੀਤ ਦੇ ਖੇਤਰ 'ਚ ਹੈ, ਚਾਹੇ ਉਹ ਫਿਲਮਾਂ ਦੇ ਖੇਤਰ 'ਚ ਹੈ। ਸੋ ਉਹਨਾਂ ਨੂੰ ਜਾਣ ਕੇ ਹੀ ਅਸੀਂ ਉਹਨਾਂ ਦੀ ਰੀਸ ਕਰਨੀ ਹੈ, ਉਹਨਾਂ ਨੂੰ ਫੋਲੋ ਕਰਨਾ ਹੈ ਔਰ ਅਸੀਂ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਪ੍ਰੋਜੈਕਟ ਕਰਨਾ ਹੈਗਾ। ਜਿਹੜਾ ਤੁਸੀਂ ਇੱਕ ਗੱਲ ਦੱਸੀ ਹੈ ਕਿ ਕਲਾ ਦਾ ਅਸੀਂ ਜਦੋਂ ਮਤਲਬ ਆਪਣੇ ਅੰਦਰ ਜੀਵਨ ਦੇ ਵਿੱਚ ਉਤਾਰਦੇ ਹਾਂ, ਕਲਾ ਦਾ ਉਤਾਰਾ ਕਰਦੇ ਹਾਂ, ਉਹ ਸਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ। ਵਿਗਿਆਨਿਕ ਸੋਚ ਦਾ ਅਸੀਂ ਕਰਦੇ ਹਾਂ, ਉਹ ਵੀ ਨਿਖਾਰਦਾ ਹੈ। ਤੁਸੀਂ ਅਰਥ ਸ਼ਾਸਤਰ ਤੇ ਕਾਨੂੰਨ ਦੀ ਵੀ ਗੱਲ ਕਰਦੇ ਹੋ ਜੀ। ਇਹ ਕਿੱਦਾਂ ਸਾਡੀ ਸ਼ਖਸੀਅਤ ਨੂੰ ਨਿਖਾਰਦੇ ਨੇ? ਕਿਉਂਕਿ ਅਰਥ ਸ਼ਾਸਤਰ ਨਾਲ ਤੇ ਕਾਨੂੰਨ ਨਾਲ ਤੇ ਸਭ ਦਾ ਵਾਹ ਵਾਸਤਾ ਨਹੀਂ ਹੁੰਦਾ। ਹੁੰਦਾ ਵਾਹ ਵਾਸਤਾ ਕਾਨੂੰਨ। ਪਹਿਲੀ ਗੱਲ ਤਾਂ ਅਰਥ ਸ਼ਾਸਤਰ ਜਿਹੜਾ ਹੈ, ਦੋ ਚੀਜ਼ਾਂ ਨੇ, ਅਰਥ ਸ਼ਾਸਤਰ ਔਰ ਜਿਹੜੀ ਹੈ ਰਾਜਨੀਤੀ ਸ਼ਾਸਤਰ ਜੀ। ਇਹ ਦੋਨੇ ਜਿਹੜੇ ਨੇ ਇਹ ਕਿਸੇ ਵੀ ਮੁਲਕ ਦੀ ਰਾਜਨੀਤੀ ਦਾ ਬੇਸ ਨੇ। ਅਰਥ ਸ਼ਾਸਤਰ ਦਾ ਜਿੰਨੀ ਦੇਰ ਤੱਕ ਸਾਨੂੰ ਉਸ ਦੀ ਪੈਦਾਇਸ਼ ਬਾਰੇ, ਉਹਦੀ ਕੰਜ਼ੰਪਸ਼ਨ ਬਾਰੇ, ਉਹ ਕਿਸੇ ਤਰ੍ਹਾਂ ਕਿਸ ਤਰ੍ਹਾਂ ਕੰਜ਼ੂਮ ਹੋ ਰਿਹਾ, ਭਾਵੇਂ ਉਹ ਆਪਣੇ ਦੇਸ਼ 'ਚ ਹੋ ਰਿਹਾ ਜਾਂ ਬਾਹਰ ਜਾ ਰਿਹਾ, ਔਰ ਤੀਜਾ ਹੈ ਵਿਤਰਨ, ਕਿਸ ਤਰ੍ਹਾਂ ਉਹਦੀ ਡਿਸਟ੍ਰੀਬਿਊਸ਼ਨ ਹੋ ਰਹੀ ਹੈ। ਤੋ ਇਹ ਤਿੰਨੇ ਚੀਜ਼ਾਂ ਦਾ ਬੈਲੈਂਸ ਕਰਕੇ ਜਿਹੜੀ ਹੈ ਸਾਡੀ ਸਫਲਤਾ ਹੈ। ਇਕਨੋਮਿਕਸ ਇਹੀ ਚੀਜ਼ ਸਿਖਾਉਂਦੀ ਹੈ, ਬੇਸਿਕ ਪ੍ਰਿੰਸੀਪਲ ਹੈ। ਸੋ ਦੂਜੀ ਗੱਲ ਕੀਤੀ ਤੁਸੀਂ ਕਾਨੂੰਨ ਦੀ। ਕਾਨੂੰਨ ਕਿਉਂਕਿ ਕਾਨੂੰਨ ਸਾਨੂੰ ਨੈਤਿਕਤਾ ਸਿਖਾਉਂਦਾ ਹੈ, ਐਥਿਕਸ ਸਿਖਾਉਂਦਾ ਹੈ। ਕਾਨੂੰਨ ਦੇ ਵਿੱਚ ਸਾਨੂੰ ਗਲਤ ਔਰ ਠੀਕ ਦਾ ਪਤਾ ਚੱਲਦਾ ਹੈ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਕਾਨੂੰਨ ਦੀਆਂ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹਨੀਆਂ ਨੇ, ਪਰ ਸਾਨੂੰ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਦੀ ਵਿਚਰਦੇ ਹਾਂ, ਸਾਨੂੰ ਪਤਾ ਹੈ ਕਿ ਜੇ ਅਸੀਂ ਇਹ ਰੋਡ ਹੁਣ ਕ੍ਰਾਸ ਕਰਾਂਗੇ ਤਾਂ ਗਲਤ ਹੈ, ਕਿਉਂਕਿ ਇੱਥੋਂ ਕ੍ਰਾਸ ਨਹੀਂ ਕੀਤੀ ਜਾ ਸਕਦੀ। ਸਾਨੂੰ ਪਤਾ ਹੈ ਕਿ ਤੁਰੀ ਜਾਂਦੀ ਟ੍ਰੇਨ 'ਤੇ ਨਹੀਂ ਚੜ੍ਹਨਾ, ਗਲਤ ਹੈ। ਸੋ ਅਗਰ ਉਸ 'ਤੇ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਕੋਈ ਉਸ ਦਾ ਮੁਆਵਜ਼ਾ ਨਹੀਂ ਮਿਲਦਾ ਫਿਰ। ਸੋ ਇਸ ਤਰ੍ਹਾਂ ਦੀਆਂ ਕਿੰਨੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਕਾਨੂੰਨ ਜਿਹੜਾ ਹੈ ਉਹ ਬਹੁਤ ਹੀ ਫਰਟਾਈਲ ਜਿਹੜਾ ਦਿਮਾਗ ਹੈ, ਬਹੁਤ ਅਮੀਰ ਦਿਮਾਗ ਦੀ ਕਾਢ ਹੈ, ਜਿੱਥੇ ਬਹੁਤ ਹੀ ਬਰੀਕੀ ਦੇ ਵਿੱਚ ਸੁਸਾਇਟੀ ਨੂੰ ਸੇਧ ਦੇਣ ਵਾਸਤੇ ਕਾਨੂੰਨ ਬਣਾਏ ਹੋਏ ਨੇ, ਬਣਾਏ ਗਏ ਨੇ, ਜਿਨ੍ਹਾਂ ਦੇ ਵਿੱਚ ਹਰ ਖੇਤਰ ਲਈ, ਚਾਹੇ ਉਹ ਔਰਤਾਂ ਦਾ ਹੈ, ਚਾਹੇ ਉਹ ਮਰਦਾਂ ਦਾ ਹੈ, ਚਾਹੇ ਉਹ ਵਿਆਹ ਨਾਲ ਰਿਲੇਟਡ ਹੈ, ਚਾਹੇ ਉਹ ਕਿਸੇ ਕ੍ਰਾਈਮ ਨਾਲ ਰਿਲੇਟਡ ਹੈ, ਕੋਈ ਕਰਮ ਨਾਲ ਰਿਲੇਟਡ ਹੈ, ਚਾਹੇ ਉਹ ਡਰੱਗਸ ਨਾਲ ਰਿਲੇਟਡ ਹੈ। ਸੋ ਇਹ ਸਾਰੇ ਕਾਨੂੰਨ ਵੱਖਰੇ ਵੱਖਰੇ ਹੈਗੇ ਹੈ ਔਰ ਉਹ ਆਪਣਾ ਜਿਹੜਾ ਹੈ ਉਹਨਾਂ ਦਾ ਕੋਰਸ ਹੈ, ਐਕਸ਼ਨ ਜਿਹੜਾ ਹੁੰਦਾ ਹੈ ਉਹ ਹੁੰਦਾ ਹੀ ਹੁੰਦਾ ਹੈ। ਕਾਨੂੰਨ ਆਪਣੀ ਜਗ੍ਹਾ 'ਤੇ ਸੱਚਾ ਹੈ ਔਰ ਉਹ ਕਾਨੂੰਨ ਜਿਹੜਾ ਜਿੰਨੀ ਦੇਰ ਇੰਪਲੀਮੈਂਟ ਹੁੰਦਾ ਉਨੀ ਦੇਰ ਹੀ ਜਿਹੜਾ ਮੁਲਕ ਜਿਹੜਾ ਹੈ ਉਹਦੇ ਵਿੱਚ ਸ਼ਾਂਤੀ ਰਹਿ ਸਕਦੀ ਹੈ, ਅਦਰਵਾਈਜ਼ ਨਹੀਂ ਰਹਿੰਦੀ। ਮਤਲਬ ਇਹ ਕਿ ਇਨਸਾਨ ਨੂੰ ਕਲਾ ਦਾ ਪ੍ਰੇਮੀ ਹੋਣਾ ਚਾਹੀਦਾ, ਵੱਖ-ਵੱਖ ਕਲਾਵਾਂ ਨੂੰ ਦੇਖਣਾ ਚਾਹੀਦਾ, ਉਹਦਾ ਆਨੰਦ ਲੈਣਾ ਚਾਹੀਦਾ। ਸਾਨੂੰ ਵਿਗਿਆਨ ਦਾ ਧਾਰਨੀ ਹੋਣਾ ਚਾਹੀਦਾ, ਵਿਗਿਆਨਿਕ ਸੋਚ ਹੋਣੀ ਚਾਹੀਦੀ ਹੈ। ਸਾਨੂੰ ਅਰਥ ਸ਼ਾਸਤਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਅਰਥਚਾਰੇ ਨੂੰ ਵਧੀਆ ਤਰੀਕੇ ਨਾਲ ਚਲਾ ਸਕੀਏ, ਤੇ ਸਾਨੂੰ ਕਾਨੂੰਨ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਅਸੀਂ ਕਾਨੂੰਨ ਦੀ ਪਾਲਣਾ ਕਰ ਸਕੀਏ। ਸਵੈ ਵਿਕਾਸ ਕਿਵੇਂ ਕਰਨਾ ਹੈ? ਸ਼੍ਰੀ BS ਰਤਨ ਸਾਡੇ ਨਾਲ ਮੌਜੂਦ ਨੇ, ਸਾਬਕਾ ਇਨਕਮ ਟੈਕਸ ਕਮਿਸ਼ਨਰ, ਸਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਨੇ। ਰਤਨ ਸਾਹਿਬ, ਆਮ ਇਨਸਾਨ ਦੇ ਜੀਵਨ ਦੇ ਵਿੱਚ ਜੋ ਸਵਾਲ ਹੁੰਦੇ ਨੇ ਅਸੀਂ ਉਹ ਸਾਰੇ ਤੁਹਾਡੇ ਨਾਲ ਪੁੱਛ ਚੁੱਕੇ, ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਚੁੱਕੇ। ਹੁਣ ਇੱਕ ਸਿੱਧੀ ਸਾਦੀ ਗੱਲ ਕਿ ਸਵੈ ਵਿਕਾਸ ਕਰਨ ਵਾਸਤੇ ਟਿਪਸ ਕੀ ਨੇ ਤੁਹਾਡੇ ਵੱਲੋਂ ਕਿ ਅਸੀਂ ਇੱਕ ਵਧੀਆ ਇਨਸਾਨ ਬਣ ਸਕੀਏ? ਸੰਜੀਵ ਜੀ, ਜਿਸ ਤਰ੍ਹਾਂ ਆਪਾਂ ਹੁਣੇ ਬੌਧਿਕ ਜਿਹੜਾ ਸੱਭਿਆਚਾਰ ਹੈ ਜਾਂ ਬੌਧਿਕ ਆਪਣਾ ਕਲਚਰ ਹੈ ਉਸ ਬਾਰੇ ਗੱਲ ਕੀਤੀ ਹੈ, ਔਰ ਇਸ ਤੋਂ ਇਲਾਵਾ ਜਿਹੜਾ ਹੈ ਐਸਥੈਟਿਕ ਕਲਚਰ ਹੈ ਜਿਹਨੂੰ ਅਸੀਂ ਸੁਹਜਵਾਦੀ ਕਹਿੰਦੇ ਹਾਂ। ਸੁਹਜਵਾਦੀ ਜਿਹੜਾ ਹੈ ਇਹ ਬਚਪਨ ਤੋਂ ਹੀ ਡਿਵੈਲਪ ਕਰਨਾ ਜ਼ਰੂਰੀ ਹੈ। ਇਹਦੇ ਵਿੱਚ ਕੀ ਹੈ? ਆਰਟ, ਕਲਾ, ਭਵਨ ਕਲਾ, ਆਰਕੀਟੈਕਚਰ, ਸਕਲਪਚਰ, ਬੁੱਤਘਾੜਾ ਕਲਾ, ਖੂਬਸੂਰਤ ਕਲਾਕ੍ਰਿਤੀਆਂ, ਸੰਗੀਤ, ਕਵਿਤਾ, ਨਾਚ, ਗਾਣਾ, ਇਹ ਸਾਰਾ ਕੁਝ ਆ ਜਾਂਦਾ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿੰਦਗੀ ਨੂੰ ਬੈਲੈਂਸ ਕਰਦੀਆਂ, ਸੰਤੁਲਨ ਬਣਾਉਂਦੀਆਂ ਨੇ। ਜਿਸ ਤਰ੍ਹਾਂ ਸੰਗੀਤ ਜਿਹੜਾ ਹੈ ਇਹ ਪਰਮਾਤਮਾ ਨਾਲ ਵਾਇਰਲੈਸ ਦਾ ਸਿੱਧਾ ਸੰਚਾਰ ਕਰਦਾ ਹੈ ਜੀ। ਔਰ ਇਸੇ ਤਰ੍ਹਾਂ ਜਿਹੜਾ ਸੁਹਜਵਾਦੀ ਜਿਹੜਾ ਕਲਚਰ ਬੱਚਿਆਂ ਦੇ ਵਿੱਚ ਪੈਦਾ ਕਰਨਾ, ਉਹ ਇਹ ਹੈ ਕਿ ਉਹਨਾਂ ਨੂੰ ਮਿਊਜ਼ੀਅਮ 'ਚ ਲਿਜਾਇਆ ਜਾਵੇ,
ਬਿਲਡਿੰਗਾਂ ਦਿਖਾਈਆਂ ਜਾਣ, ਵੱਡੀਆਂ ਵੱਡੀਆਂ ਬਿਲਡਿੰਗਸ ਨੇ ਜਿਹੜੀਆਂ ਆਰਕੀਟੈਕਚਰਲ ਬਿਊਟੀ ਦੀਆਂ ਕਲਾਸਿਕਸ ਬਿਲਡਿੰਗਸ ਨੇ ਉਹ ਦਿਖਾਈਆਂ ਜਾਣ, ਔਰ ਉਹਨਾਂ ਦੇ ਵਿੱਚ ਸੰਗੀਤ ਦੀ, ਨਾਚ ਦੀ, ਭਾਸ਼ਣ ਕਲਾ ਦੀ, ਕਵਿਤਾ ਦੀ ਜਿਹੜੀਆਂ ਰੁਚੀਆਂ ਪੈਦਾ ਕੀਤੀਆਂ ਜਾਣ। ਇਹ ਨਹੀਂ ਕਿ ਸਾਰੀਆਂ ਚੀਜ਼ਾਂ ਇੱਕ ਬੱਚਾ ਜਾਂ ਇੱਕ ਵਿਅਕਤੀ ਕਰ ਸਕਦਾ ਹੈ, ਪਰ ਜਿਸ ਦੇ ਵਿੱਚ ਵੀ ਉਹ ਅੱਗੇ ਜਾਂਦਾ ਹੈ ਉਸ ਨੂੰ ਉਹ ਗੌਰ ਨਾਲ ਔਰ ਬੜੀ ਗੰਭੀਰਤਾ ਨਾਲ ਵਾਚ ਕਰੇ, ਤਾਂ ਕਿ ਉਹ ਡਿਵੈਲਪ ਕਰ ਸਕੇ, ਆਪਣੇ ਅੰਦਰ ਇੱਕ ਸਕਿੱਲ ਡਿਵੈਲਪ ਕਰ ਸਕੇ, ਬਿਲਕੁਲ ਇੱਕ ਐਸੀ ਜਿਸ ਦੇ ਨਾਲ ਉਹ ਕਾਮਯਾਬ ਹੋਵੇ। ਜੀ ਜੀ। ਰੀਡਰਸ ਡਾਈਜੈਸਟ ਨੇ ਬਹੁਤ ਪਹਿਲਾਂ 70-72 ਦੇ ਵਿੱਚ ਇੱਕ ਪੁਸਤਕ ਛਾਪੀ ਸੀ ਜਿਹੜੀ ਕਿ ਆਊਟ ਆਫ ਪ੍ਰਿੰਟ ਹੈ ਅੱਜ ਕੱਲ੍ਹ, ਸਪੀਕ ਬੈਟਰ ਰਾਈਟ ਬੈਟਰ। ਸੋ ਉਸ ਪੁਸਤਕ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਦਰਜ ਨੇ ਜਿਹਦੇ ਵਿੱਚ ਸਾਨੂੰ ਲਿਖਣਾ ਸਿਖਾਇਆ ਕਿ ਕਿਸ ਤਰੀਕੇ ਨਾਲ ਅਸੀਂ ਕਿਸ ਮੌਕੇ ਮੁਤਾਬਕ ਲਿਖਣਾ ਹੈ। ਜੀ। ਚਾਹੇ ਉਹ ਗਮ ਦਾ ਮੌਕਾ ਹੈ, ਸ਼ਿਕਾਇਤ ਦਾ ਮੌਕਾ ਹੈ, ਚਾਹੇ ਉਹ ਕਿਸੇ ਨੂੰ ਸੁਧਾਰਨ ਦਾ ਮੌਕਾ ਹੈ, ਉਹ ਕਿਸ ਤਰ੍ਹਾਂ ਲਿਖਣਾ ਹੈ, ਔਰ ਇਸੇ ਤਰ੍ਹਾਂ ਹੀ ਉਹਦੇ ਵਿੱਚ ਬੋਲਣਾ ਕਿਸ ਤਰ੍ਹਾਂ ਹੈ ਕਿ ਸਾਨੂੰ ਸਾਡੀ ਜਿਹੜੀ ਬੋਲੀ ਹੈ ਉਹ ਨਿਮਰ ਚਾਹੀਦੀ ਹੈ, ਉਹਦੇ 'ਚ ਮਿੱਠਤ ਚਾਹੀਦੀ ਹੈ, ਔਰ ਅਸੀਂ ਜਦੋਂ ਆਪਣਾ ਜੀਵਨ ਸ਼ੈਲੀ ਪੇਸ਼ ਕਰਦੇ ਹਾਂ ਲੋਕਾਂ ਦੇ ਸਾਹਮਣੇ ਤਾਂ ਇਸ ਤਰ੍ਹਾਂ ਚਾਹੀਦਾ ਕਿ ਉਹ ਪ੍ਰਭਾਵਸ਼ਾਲੀ ਹੋਵੇ। ਬਿਲਕੁਲ। ਪ੍ਰਭਾਵਸ਼ਾਲੀ ਤੋਂ ਭਾਵ ਹੈ ਕਿ ਲੋਕਾਂ ਨੂੰ ਇੱਕ ਆਕਰਸ਼ਕ ਲੱਗੀਏ, ਅਸੀਂ ਇਸ ਤਰ੍ਹਾਂ ਦੀ ਸਾਡੀ ਬੋਲੀ ਹੋਣੀ ਚਾਹੀਦੀ ਹੈ ਜੀ, ਤੇ ਤਾਂ ਕਿ ਅਸੀਂ ਜ਼ਿੰਦਗੀ 'ਚ ਕਾਮਯਾਬ ਹੋ ਸਕੀਏ। ਜ਼ਰੂਰ। ਸੋ ਇਸ ਤਰ੍ਹਾਂ ਦੇ ਜਿਹੜਾ ਸੁਹਜਵਾਦੀ ਦਾ ਮਤਲਬ ਬਰੀਕੀ ਦੀਆਂ ਬਹੁਤ ਮਹੀਨ ਕਲਾਵਾਂ ਨੇ ਜਿਹੜੀਆਂ ਇਹ ਸਾਡੇ ਚਰਿੱਤਰ ਨੂੰ ਵੀ ਔਰ ਸਾਡੀ ਪਰਸਨੈਲਿਟੀ ਨੂੰ, ਸਾਡੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਨਿਖਾਰਦੀਆਂ ਨੇ ਔਰ ਉਸ ਨੂੰ ਬੁਲੰਦੀਆਂ ਤੇ ਲੈ ਕੇ ਜਾਂਦੀਆਂ। ਬਿਲਕੁਲ। ਹਾਂ, ਨਹੀਂ ਤਾਂ ਆਮ ਉਹੀ ਖਾਣ ਪੀਣ ਪਹਿਨਣ 'ਚ ਲੱਗਿਆ ਰਹਿੰਦਾ ਵਿਅਕਤੀ। ਅਗਲਾ ਜਿਹੜਾ ਹੈਗਾ ਤੀਸਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਗੱਲ, ਉਹ ਹੈ ਨੈਤਿਕ ਸਦਾਚਾਰ। ਸੋ ਨੈਤਿਕ ਸਦਾਚਾਰ ਜਿਹਨੂੰ ਅਸੀਂ ਐਥਿਕ ਕਹਿੰਦੇ ਹਾਂ, ਐਥਿਕਸ ਦਾ ਮਤਲਬ ਹੈ ਚੰਗੇ ਮਾੜੇ ਦੇ ਵਿੱਚ ਪਹਿਚਾਣ ਕਰਨਾ। ਜੀ। ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦੇ ਵਿੱਚ ਇਹ ਇੱਕ ਕੰਪਲਸਰੀ ਪੇਪਰ ਹੈ, ਫੁੱਲ ਫਲੈਜਡ ਪੇਪਰ ਹੈ, ਔਰ ਇਹ ਪੇਪਰ ਇਸ ਵਾਸਤੇ ਆਇਆ ਹੈ ਕਿ ਜਿਹੜੇ ਐਗਜ਼ਾਮ ਦੇ ਰਹੇ ਨੇ ਸਾਇੰਸ ਦੇ, ਵਿਗਿਆਨ ਦੇ, ਹੋਰ ਵਿਦਿਆਰਥੀ ਕਮਰਸ ਦੇ, ਉਹਨਾਂ ਨੂੰ ਆਰਟਸ ਬਾਰੇ ਨੌਲੇਜ ਨਹੀਂ, ਉਹਨਾਂ ਨੂੰ ਕਾਨੂੰਨ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਕਾਨੂੰਨ ਦੀ ਨੌਲੇਜ ਨਹੀਂ। ਸੋ ਨੈਤਿਕਤਾ ਜਿਹੜੀ ਹੈ ਇਹ ਬੇਸ਼ੱਕ ਅਸੀਂ ਬਚਪਨ ਤੋਂ ਸਿੱਖਦੇ ਹਾਂ, ਅਸੀਂ ਅਧਿਆਪਕਾਂ ਤੋਂ ਸਿੱਖਦੇ ਹਾਂ, ਪਰ ਇਹਦੇ ਵਿੱਚ ਲਾਲਾ ਹਰਦਿਆਲ ਨੇ ਦੋ ਕਨਸੈਪਟ ਦਿੱਤੇ ਨੇ। ਲਾਲਾ ਹਰਦਿਆਲ ਮੁਤਾਬਕ ਇੱਕ ਤਾਂ ਨਿੱਜੀ ਨੈਤਿਕਤਾ ਹੈ ਤੇ ਦੂਸਰੀ ਸਟੇਟ ਨੈਤਿਕਤਾ ਹੈ, ਰਾਜਨੀਤਿਕਤਾ। ਨਿੱਜੀ ਨੈਤਿਕਤਾ ਦਾ ਭਾਵ ਹੈ ਕਿ ਸਾਨੂੰ ਬਚਪਨ ਤੋਂ ਮਿਹਨਤ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਆਪਣੇ 5 ਘੇਰੇ ਦੱਸੇ ਨੇ। ਸਭ ਤੋਂ ਪਹਿਲਾਂ ਅਸੀਂ ਆਪਣੇ ਪਰਿਵਾਰ ਨੂੰ ਲੁੱਕ ਆਫਟਰ ਕਰਨਾ, ਆਪਣੇ ਮਾਂ ਪਿਓ ਦੀ ਸੇਵਾ, ਆਪਣੇ ਭੈਣ ਭਰਾਵਾਂ ਦੀ ਰੱਖਿਆ, ਉਹਨਾਂ ਦੀ ਪਾਲਣ ਪੋਸ਼ਣ ਜੋ ਵੀ ਅਸੀਂ ਕਰ ਸਕਦੇ ਹਾਂ। ਸੋ ਪਰਿਵਾਰ ਹੈ ਨੰਬਰ 1 ਤੇ ਆਉਂਦਾ। ਬਿਲਕੁਲ। ਨੰਬਰ 2 ਤੇ ਆਉਂਦੇ ਰਿਸ਼ਤੇਦਾਰ। ਰਿਸ਼ਤੇਦਾਰਾਂ 'ਚ ਅਸੀਂ ਉਹਨਾਂ ਦੀ ਸੇਵਾ ਜਾਂ ਉਹਨਾਂ ਦੀ ਮਦਦ ਜਾਂ ਉਹਨਾਂ ਨਾਲ ਸਹਿਯੋਗ ਤਾਂ ਹੀ ਕਰ ਸਕਦੇ ਹਾਂ ਜੇ ਪਰਿਵਾਰਿਕ ਤੌਰ ਤੇ ਅਸੀਂ ਉੱਭਰੇ ਹੋਏ ਹਾਂ, ਪਰਿਵਾਰ ਸਾਡਾ ਸਟਰੋਂਗ ਹੈ, ਕਾਬਲ ਹੈ, ਠੀਕ ਹੈ ਨਾ, ਪਰਿਵਾਰ ਦੇ ਵਿੱਚ ਅਸੀਂ ਆਪਣਾ ਜਿਹੜਾ ਯੋਗਦਾਨ ਪਾਇਆ ਹੋਇਆ। ਫਿਰ ਰਿਸ਼ਤੇਦਾਰ ਆ ਜਾਂਦੇ ਨੰਬਰ 2 ਤੇ। ਨੰਬਰ 3 ਤੇ ਆ ਜਾਂਦੇ ਮਿਊਨਿਸਪੈਲਿਟੀ। ਮਿਊਨਿਸਪੈਲਿਟੀ ਦਾ ਮਤਲਬ ਹੈ ਸਾਡਾ ਸ਼ਹਿਰ ਜਾਂ ਸਾਡਾ ਰਾਜ ਜਾਂ ਸਟੇਟ ਜਾਂ ਸਾਡਾ ਸੂਬਾ। ਜੀ। ਇਹਦੇ ਵਿੱਚ ਸਾਡਾ ਕੀ ਯੋਗਦਾਨ ਹੈ, ਅਸੀਂ ਜੋ ਵੀ ਸਾਡਾ ਫੀਲਡ ਹੈ, ਜਿਸ ਤਰ੍ਹਾਂ ਮੇਰਾ ਇਨਕਮ ਟੈਕਸ ਹੈ, ਮੈਂ ਇਨਕਮ ਟੈਕਸ ਦੇ ਬਾਰੇ ਗਾਈਡੈਂਸ ਦੇ ਸਕਦਾ, ਮੈਂ ਸਿਵਲ ਸੇਵਾਵਾਂ ਪ੍ਰੀਖਿਆ ਬਾਰੇ ਗਾਈਡੈਂਸ ਦਿੰਦਾ। ਬਿਲਕੁਲ। ਯੂਨੀਵਰਸਿਟੀ ਦੇ ਵਿੱਚ ਜਾਣਾ। ਸੋ ਉਹਦੇ ਵਿੱਚ ਕੀ ਹੈ ਕਿ ਤੁਸੀਂ ਯੰਗ ਹੋ ਜਾਂਦੇ, ਜਵਾਨ ਹੋ ਜਾਂਦੇ ਹੋ। ਇਹਨਾਂ ਦੋਨਾਂ ਸਟੇਜਸ ਤੋਂ ਬਾਅਦ ਤੁਸੀਂ ਜਵਾਨ ਹੁੰਦੇ ਹੋ ਤਾਂ ਤੁਸੀਂ ਆਪਣੀ ਜਿਹੜੀ ਹੈ ਜਵਾਨੀ ਉਹ ਇਸ ਦੇ ਲੇਖੇ ਲਾਉਣੀ ਹੈ ਕਿ ਤੁਸੀਂ ਆਪਣੇ ਰਾਸ਼ਟਰ ਦੀ, ਆਪਣੇ ਸਟੇਟ ਦੀ, ਆਪਣੇ ਮਿਊਨਿਸਪੈਲਿਟੀ ਦੀ ਸੇਵਾ ਕਰ ਸਕੋ, ਮਾਨਵਤਾ ਦਾ ਭਲਾ ਕਰ ਸਕੋ, ਸਮਾਜ ਨੂੰ ਸੇਧ ਦੇ ਸਕੋ, ਕਿਉਂਕਿ ਤੁਸੀਂ ਇੱਕ ਚਾਨਣ ਮੁਨਾਰਾ ਬਣ ਸਕਦੇ ਹੋ ਜੇ ਤੁਸੀਂ ਸੇਵਾ ਕਰੋਗੇ। ਜੀ। ਉਸ ਤੋਂ ਅੱਗੇ ਵਿਸ਼ਵ ਰਾਜ, ਯਾਨੀ ਪੂਰਾ ਵਿਸ਼ਵ ਜਿਹੜਾ ਹੈ ਉਹ ਇੱਕ ਸਟੇਟ ਹੀ ਹੈ। ਸਾਨੂੰ ਆਪਣੇ ਮੁਲਕ ਤੋਂ ਉੱਪਰ ਉੱਠ ਕੇ ਵੀ ਜਿਹੜੀ ਪੂਰੇ ਵਰਲਡ ਦੀ ਜਿਹੜੀ ਸੇਵਾ ਕਰਨੀ ਜ਼ਰੂਰੀ ਹੈ। ਤੁਸੀਂ ਦੇਖ ਰਹੇ ਹੋ ਵਰਲਡ ਬੈਂਕ ਦੇ ਵਿੱਚ, ਤੁਸੀਂ ਦੇਖ ਰਹੇ ਹੋ ਹੋਰ ਫਿਲਮਾਂ ਦੇ ਵਿੱਚ, ਤੁਸੀਂ ਦੇਖ ਰਹੇ ਹੋ ਵਿਗਿਆਨ ਦੇ ਵਿੱਚ ਕਲਪਨਾ ਚਾਵਲਾ, ਤੁਸੀਂ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਨਾਂ ਲੈਣਾ ਇੱਥੇ ਸੰਭਵ ਨਹੀਂ ਹੈ, ਪਰ ਮੇਰਾ ਕਹਿਣ ਦਾ ਭਾਵ ਹੈ ਕਿ ਵਿਸ਼ਵ ਦੀ ਸੇਵਾ ਕਰਨਾ ਵੀ ਇੱਕ ਸਾਡਾ ਧਰਮ ਹੈ। ਜਦੋਂ ਅਸੀਂ ਯੰਗ ਹੋ ਜਾਂਦੇ ਹਾਂ, ਅਸੀਂ ਜਦੋਂ ਕਾਬਲ ਹੋ ਜਾਂਦੇ ਹਾਂ, ਜਦੋਂ ਸਾਡੇ ਪਾਸ ਮਾਨਸਿਕ ਸ਼ਕਤੀਆਂ ਗ੍ਰਹਿਣ ਹੋ ਜਾਂਦੀਆਂ, ਅਸੀਂ ਸਮਰੱਥਾ ਰੱਖਦੇ ਹਾਂ, ਤਾਂ ਸਾਨੂੰ ਮੁਲਕ ਤੋਂ ਉੱਪਰ ਉੱਠ ਕੇ ਵੀ ਸੇਵਾ ਕਰਨੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੈ। ਔਰ ਉੱਤਮ ਨਾਗਰਿਕ ਜਿਹੜਾ ਹੈ ਉਹ ਇਹੀ ਹੈ ਜਿਹੜਾ
ਜਾਤ, ਧਰਮ, ਰੰਗ, ਭਾਸ਼ਾ ਤੋਂ ਉੱਪਰ ਉੱਠ ਕੇ ਕੰਮ ਕਰਦਾ ਹੈ। ਜੀ ਯਾਨੀ ਪਹਿਲਾਂ ਕੀ ਕਰਦਾ ਹੈ, ਉਹ ਡਿਸਪਲਿਨ ਦੇ ਵਿੱਚ ਆ ਕੇ, ਜਬਤ ਜਿਹਨੂੰ ਪੰਜਾਬੀ ਜਬਤ ਕਹਿੰਦੇ ਆ, ਡਿਸਪਲਿਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਉન્નਤ ਕਰਦਾ ਹੈ, ਆਪਣੇ ਆਪ ਨੂੰ ਆਪਣਾ ਨਿਰਮਾਣ ਕਰਦਾ ਹੈ, ਡਿਵੈਲਪਮੈਂਟ ਕਰਦਾ ਹੈ। ਉਸ ਤੋਂ ਬਾਅਦ ਉਹਦੀ ਲਗਨ ਹੈ, ਡਿਵੋਸ਼ਨ। तो डिवोशन ਜਿਹੜੀ ਅਖੀਰ ਤੇ ਜ਼ਰੂਰੀ ਇਸ ਵਾਸਤੇ ਹੈ ਕਿ ਸਾਡੀ ਜ਼ਿੰਦਗੀ ਵਿਅਰਥ ਨਾ ਜਾਵੇ, ਸਾਡੀ ਜ਼ਿੰਦਗੀ ਬੇਕਾਰ ਨਾ ਜਾਵੇ। ਕਿਉਂਕਿ ਜਿਸ ਤਰ੍ਹਾਂ ਆਪਾਂ HW ਲੌਂਗਫੈਲੋ ਦੀਆਂ ਲਾਈਨਾਂ ਹੁਣੇ ਦੇਖੀਆਂ ਸੀਗੀਆਂ, ਉਹਨਾਂ ਦੇ ਵਿੱਚ ਵੀ ਇਹੀ ਹੈ ਕਿ ਜਿਹੜਾ ਜ਼ਿੰਦਗੀ ਸਾਡੀ ਨਾਸ਼ਵਾਨ ਹੈ, ਸਾਰੀ ਦੁਨੀਆ ਹੀ ਨਾਸ਼ਵਾਨ ਹੈ, ਇਸ ਤੋਂ ਬਾਅਦ ਸਾਨੂੰ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਰਹਿਣਾ ਸਾਡਾ। ਜੀ ਜੀ ਜੇ ਕੋਈ ਨਾਮੋ ਨਿਸ਼ਾਨ ਰਹੇਗਾ ਤਾਂ ਸਿਰਫ ਸਾਡਾ ਅਸੀਂ ਕੋਈ ਉਪਯੋਗੀ ਕੰਮ ਕੀਤਾ, ਭਲੇ ਦਾ ਕੰਮ ਕੀਤਾ, ਮਾਨਵਤਾ ਨੂੰ ਰਸਤਾ ਦਿਖਾਇਆ, ਸਮਾਜ ਨੂੰ ਰਸਤਾ ਦਿਖਾਇਆ, ਤਾਂ ਹੀ ਅਸੀਂ ਜਿਹੜਾ ਹੈ ਹੋ ਸਕਦੇ ਹਾਂ। ਰਤਨ ਸਾਹਿਬ, ਤੁਸੀਂ ਵੱਖ-ਵੱਖ ਮੁਲਕਾਂ ਦੇ ਵਿੱਚ ਗਏ, ਇਹ ਸਾਰੇ ਤੁਸੀਂ ਸਾਨੂੰ ਟਿਪਸ ਦਿੱਤੇ ਨੇ ਜੋ ਤੁਹਾਡੇ ਆਪਣੇ ਤਜਰਬੇ ਦਾ ਹਿੱਸਾ ਨੇ ਕਿ ਜਿਹਦੇ ਨਾਲ ਅਸੀਂ ਸਵੈ ਦਾ ਵਿਕਾਸ ਕਰ ਸਕਦੇ ਹਾਂ। ਤੁਸੀਂ ਵੱਖ-ਵੱਖ ਮੁਲਕਾਂ ਦੇ ਵਿੱਚ ਗਏ ਹੋ, ਉੱਥੋਂ ਦਾ ਸੱਭਿਆਚਾਰ ਤੁਸੀਂ ਘੋਖਿਆ, ਬੜੀ ਨਜ਼ਦੀਕ ਹੋ ਕੇ ਵੇਖਿਆ। ਉਹ ਸੱਭਿਆਚਾਰ ਤੇ ਭਾਰਤ ਦਾ ਸੱਭਿਆਚਾਰ ਕਿਤੇ ਮੇਲ ਖਾਂਦਾ ਹੈ ਕਿ ਅਸੀਂ ਇੱਕ ਜਿਹਨੂੰ ਆਪਾਂ ਕਹਿੰਦੇ ਆ ਸਾਂਝਾ ਰਾਹ ਕੱਢ ਸਕੀਏ? ਸੰਜੀਵ ਜੀ, ਤੁਹਾਡਾ ਸਵਾਲ ਜਿਹੜਾ ਹੈ ਉਹ ਕਾਫੀ ਮੁਸ਼ਕਲ ਜਾਪਦਾ ਹੈ, ਪਰ ਫਿਰ ਵੀ ਜੋ ਮੇਰਾ ਨਜ਼ਰੀਆ ਹੈ, ਜੋ ਮੈਂ ਬਾਹਰ ਜਾਣ ਦਾ ਮੇਰਾ ਮੰਤਵ ਸੀ, ਉਹ ਇਹੀ ਸੀ ਕਿ ਬਾਹਰਲੇ ਮੁਲਕਾਂ 'ਚ ਜਿੱਥੇ ਜਿੱਥੇ ਵੀ ਮੈਨੂੰ ਮੌਕਾ ਮਿਲਿਆ, ਮੈਂ ਉੱਥੋਂ ਦੀ ਸੰਸਕ੍ਰਿਤੀ, ਉੱਥੋਂ ਦਾ ਸੱਭਿਆਚਾਰ, ਉੱਥੋਂ ਦੀ ਜਿਹੜੀ ਇਨਫਰਾਸਟ੍ਰਕਚਰ ਹੈ, ਬੁਨਿਆਦੀ ਢਾਂਚਾ, ਰੇਲ, ਰੋਡ, ਹਵਾਈ ਜਹਾਜ਼, ਉੱਥੋਂ ਦੀਆਂ ਪ੍ਰੋਡਕਟਸ ਕਿਸ ਤਰ੍ਹਾਂ ਦੀਆਂ ਪ੍ਰੋਡਕਟਸ ਨੇ, ਸੋ ਇਹ ਸਾਰੀਆਂ ਚੀਜ਼ਾਂ ਦੀ ਸਟੱਡੀ ਕੀਤੀ ਹੈ। ਆਪਣੀ ਯੂਰਪ ਦੀ ਯਾਤਰਾ ਪੁਸਤਕ ਦੇ ਵਿੱਚ ਮੈਂ ਬਹੁਤ ਡਿਟੇਲ 'ਚ ਲਿਖਿਆ ਹੋਇਆ ਸਾਰਾ ਕੁਝ। ਮੇਰਾ ਮਤਲਬ ਇਹੀ ਹੈ ਕਿ ਆਪਣਾ ਭਾਰਤ ਜਿਹੜਾ ਹੈ ਉਹ ਕਾਫੀ ਬਦਲ ਚੁੱਕਿਆ। ਮੈਂ ਇਹ ਕਹਾਂਗਾ ਜਿਹੜਾ ਹੁਣ 21ਵੀਂ ਸਦੀ ਚੱਲ ਰਹੀ ਹੈ, ਇਹਦੇ ਵਿੱਚ ਅਸੀਂ ਬਹੁਤ ਸਾਰੇ ਮੁਲਕਾਂ ਦੇ ਤੁੱਲ ਭਾਵੇਂ ਨਹੀਂ ਆਏ, ਉਹਨਾਂ ਦੇ ਬਰਾਬਰ ਭਾਵੇਂ ਨਹੀਂ ਆਏ, ਪਰ ਅਸੀਂ ਨੇੜੇ ਜ਼ਰੂਰ ਆ ਗਏ, ਕਿਉਂਕਿ ਵਿਗਿਆਨ ਦੀ ਤਰੱਕੀ, ਖੇਤੀਬਾੜੀ ਦੀ ਤਰੱਕੀ, ਇਨਫਰਾਸਟ੍ਰਕਚਰ ਦੀ ਤਰੱਕੀ, ਯਾਨੀ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਬਹੁਤ ਤਬਦੀਲੀ ਆਈ ਹੈ। ਤੁਸੀਂ ਦੇਖ ਹੀ ਰਹੇ ਹੋ, ਸੜਕਾਂ ਹੈ, ਹਵਾਈ ਜਹਾਜ਼ਾਂ ਦੇ ਵਿੱਚ, ਟ੍ਰੇਨਸ ਦੇ ਵਿੱਚ ਕਿੰਨੀਆਂ ਵਧੀਆ ਟ੍ਰੇਨਸ ਚੱਲ ਰਹੀਆਂ ਨੇ। ਸੋ ਹਸਪੀਟਲ ਦੇ ਵਿੱਚ ਭਾਵੇਂ, ਕਿਉਂਕਿ ਸਾਡੀ ਜਿਹੜੀ ਅੜਚਨ ਹੈ ਨਾ ਵੱਡੀ, ਉਹ ਹੈਗੀ ਹੈ ਬੇਰੁਜ਼ਗਾਰੀ, ਆਬਾਦੀ। ਸਾਡੀ ਜਿਹੜੀ ਆਬਾਦੀ ਹੈ ਉਹਦੇ ਮੁਤਾਬਕ ਅਸੀਂ ਆਪਣੇ ਸਾਧਨ ਪੈਦਾ ਨਹੀਂ ਕਰ ਸਕੇ। ਉਹਦੇ ਮੁਤਾਬਕ ਸਾਧਨ ਪੈਦਾ ਕਰਨ ਲਈ ਆਪਣੀ ਜਿਹੜੀ ਹੁਣ ਨੌਜਵਾਨ ਪੀੜ੍ਹੀ ਹੈ ਉਹਨੂੰ ਮਿਹਨਤ ਕਰਨੀ ਪਏਗੀ। ਯਾਨੀ ਇਹ ਹਿੰਟਸ ਫਾਰ ਸੈਲਫ ਕਲਚਰ ਜਿਹੜੀ ਕਿਤਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਅੱਜ, ਲਾਲਾ ਹਰਦਿਆਲ ਦਾ ਜਨਮ ਦਿਨ ਵੀ ਹੈ, ਔਰ ਉਹਨਾਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਏਗੀ ਜੇ ਇਹ ਕਿਤਾਬ ਪੜ੍ਹ ਲੈਣ ਨੌਜਵਾਨੀ ਦੇ ਟਾਈਮ ਤੇ ਪੜ੍ਹਨ ਵਾਲੀ ਕਿਤਾਬ ਹੈ ਇਹ, ਤਾਂ ਕਿ ਉਹ ਆਪਣੇ ਚਰਿੱਤਰ ਦਾ, ਆਪਣੀ ਸ਼ਖਸੀਅਤ ਦਾ ਨਿਰਮਾਣ ਕਰ ਸਕਣ। ਤੁਸੀਂ ਇਹਦੇ 'ਚ ਇੱਕ ਗੱਲ ਕਹੀ ਹੈ ਕਿ ਅਸੀਂ ਪੂਰੀ ਦੁਨੀਆ ਦੇ ਵਾਸਤੇ ਕੰਮ ਕਰੀਏ ਆਪਣੇ ਨਿੱਜ ਸਵਾਰਥ ਤੋਂ ਉੱਤੇ ਉੱਠ ਕੇ। ਜੀ ਕਿਉਂਕਿ ਪੂਰੀ ਦੁਨੀਆ ਇਕੱਠੀ ਹੋ ਚੁੱਕੀ ਹੈ, ਇਸ ਕਰਕੇ ਸਭ ਦੇ ਵਾਸਤੇ ਕੰਮ ਕਰਨਾ ਹੈ। ਤਾਂ ਹੀ ਮੈਂ ਪੁੱਛ ਰਿਹਾ ਕੋਈ ਸਾਂਝਾ ਰਾਹ। ਇੱਕ ਵਾਰੀ ਕਿਸੇ ਨੇ ਕਿਹਾ ਕਿ ਸਾਂਝਾ ਰਾਹ ਇਹ ਹੋ ਸਕਦਾ ਕਿ ਅਸੀਂ ਇੱਕ ਦੂਜੇ ਦੀ ਮਦਦ ਕਰੀਏ, ਇਸ ਤੋਂ ਉੱਤੇ ਕੋਈ ਗੱਲ ਨਹੀਂ, ਕਿਉਂਕਿ ਮਦਦ ਦੀ ਭਾਸ਼ਾ ਤੇ ਹਰ ਇਨਸਾਨ ਸਮਝਦਾ। ਬਿਲਕੁਲ। ਤੁਸੀਂ ਦੇਖੋ ਸਵਾਮੀ ਵਿਵੇਕਾਨੰਦ ਜੀ ਜਿਹੜੇ ਜਦੋਂ ਉਹ ਬਾਹਰ ਗਏ ਨੇ ਤਾਂ ਉਹਨਾਂ ਦੇ ਧੋਤੀ ਕੁੜਤਾ ਦੇਖ ਕੇ ਕਿਸੇ ਨੇ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ। ਭਾਵੇਂ ਸਟੋਰੀ ਲੰਬੀ ਹੈ, ਪਰ ਜਦੋਂ ਉਹਨਾਂ ਨੇ ਭਾਸ਼ਣ ਦਿੱਤਾ ਤਾਂ ਜਿਹੜਾ ਹਿੰਦੂ ਧਰਮ ਸੀ ਉਹਦੇ ਬਾਰੇ ਸਾਰੀ ਦੁਨੀਆ ਵਿੱਚ ਪਤਾ ਲੱਗ ਗਿਆ ਕਿ ਹਿੰਦੂ ਫਿਲਾਸਫੀ ਕੀ ਹੈ, ਔਰ ਉਹਨਾਂ ਦਾ ਜਿਹੜਾ ਪੰਚਸ਼ੀਲ ਦਾ ਸਿਧਾਂਤ ਹੈ ਉਹ ਮੈਂ ਇਸ ਵਾਸਤੇ ਹਾਈਲਾਈਟ ਕਰਨਾ ਚਾਹੁੰਦਾ ਕਿ ਸਾਡੇ ਜਿਹੜੇ ਬੱਚੇ ਨੇ, ਨੌਜਵਾਨ ਨੇ, ਉਹਨਾਂ ਨੂੰ ਇਹ 3-4 ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਜੋ ਪ੍ਰਚਾਰਿਆ ਉਹ ਇਹੀ ਹੈ ਕਿ ਸਵੈ ਵਿਸ਼ਵਾਸ, ਯਾਨੀ ਸਾਨੂੰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਸੈਲਫ ਰਿਅਲਾਈਜੇਸ਼ਨ, ਸੋਝੀ, ਆਪਣੇ ਆਪ ਦੀ ਸੋਝੀ, ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਸਕਦੇ ਹਾਂ ਜੀ। ਸਾਨੂੰ ਸੋਝੀ ਦਾ ਮਤਲਬ, ਜਿਵੇਂ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ ਕਿ ਇੱਕ ਭੇਡਾਂ ਦਾ ਜਿਹੜਾ ਵੱਗ ਸੀ ਉਹਦੇ ਵਿੱਚ ਸ਼ੇਰ ਦਾ ਬੱਚਾ ਆ ਗਿਆ, ਉਹ ਛੋਟੇ ਲੇੜਿਆਂ ਵਾਂਗੂ ਮਿਆਂ 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 ਕਰਨ ਲੱਗ ਗਿਆ, ਔਰ ਹੋਇਆ ਕਿ ਇੱਕ ਦਿਨ ਸ਼ੇਰ ਨੇ ਦੇਖਿਆ ਵੀ ਇਹ ਸ਼ੇਰ ਦਾ ਬੱਚਾ, ਇਹ ਤਾਂ ਆਪਣੇ ਖਾਣ ਦਾ ਮਾਲ ਹੈ ਜਿਹੜਾ ਇਹਦੇ ਨਾਲ ਤੁਰਿਆ ਫਿਰਦਾ। ਉਹਨੇ ਬੁਲਾ ਕੇ ਉਸ ਨੂੰ ਦਰਿਆ ਦੇ ਉੱਪਰ ਖੜਾ ਕਰਕੇ ਤੇ ਸ਼ੇਰ ਗਰਜਿਆ ਤੇ ਨਾਲ ਬੱਚਾ ਵੀ ਗਰਜ ਪਿਆ ਉਸੇ ਤਰ੍ਹਾਂ ਹੀ। ਸੋ ਉਹ ਬੱਚੇ ਨੂੰ ਪਤਾ ਲੱਗਿਆ ਵੀ ਮੈਂ ਤਾਂ ਸ਼ੇਰ ਹਾਂ, ਮੈਂ ਭੇਡ ਥੋੜ੍ਹਾ। ਸੋ ਇਹਨੂੰ ਸੈਲਫ ਰਿਅਲਾਈਜੇਸ਼ਨ ਕਹਿੰਦੇ ਆ। ਇਸੇ ਤਰ੍ਹਾਂ ਸਵੈ ਨਿਰਭਰਤਾ ਹੈ ਜਿਹਦੇ ਤੇ ਅੱਜ ਕੱਲ੍ਹ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ।
ਸੋ ਸਵੈ ਨਿਰਭਰ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਅਸੀਂ ਆਪਣੀਆਂ ਸਰੀਰਕ ਤੇ ਮਾਨਸਿਕ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦਾ ਸਹੀ ਪ੍ਰਯੋਗ ਕਰੀਏ। ਰਤਨ ਸਾਹਿਬ, ਇਹਦੇ 'ਚ ਇੱਕ ਗੱਲ ਕਹੀ ਜਾਂਦੀ ਹੈ ਕਿ ਜੇ ਤੁਸੀਂ ਆਪਣਾ ਵਿਕਾਸ ਕਰਨਾ ਚਾਹੁੰਦੇ ਹੋ ਤਾਂ ਸਾਰਾ ਦਿਨ ਝਮੇਲਿਆਂ 'ਚ ਪਏ ਰਹਿੰਦੇ ਹੋ, ਥੋੜਾ ਟਾਈਮ ਇਕੱਲੇ ਬਹਿ ਕੇ ਆਪਣੇ ਕਮਰੇ ਸ਼ਾਂਤੀ ਨਾਲ ਅੱਖਾਂ ਬੰਦ ਕਰਕੇ ਬੈਠੋ, ਆਪਣੇ ਆਪ ਨਾਲ ਗੱਲਾਂ ਕਰੋ। ਆਪਣੇ ਆਪ ਨਾਲ ਗੱਲਾਂ ਕਰਨ ਨਾਲ ਤੁਹਾਡਾ ਸਵੈ ਵਿਕਾਸ ਹੋਏਗਾ। ਇਹ ਜ਼ਰੂਰੀ ਹੈ। ਇਹ ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਇਸ ਲਈ ਹੈ ਕਿ ਜਿੰਨੀ ਦੇਰ ਤੱਕ ਅਸੀਂ ਜੇ ਸਵੇਰੇ ਉੱਠ ਕੇ ਅਸੀਂ ਕੋਈ ਪਲਾਨ ਨਹੀਂ ਨਾ ਕਰਦੇ ਕਿ ਅੱਜ ਕੀ ਕੀ ਕੰਮ ਕਰਨੇ ਆ, ਹਾਂਜੀ। ਜੌਟ ਡਾਊਨ ਨਹੀਂ ਕਰਦੇ ਤਾਂ ਅਸੀਂ ਕਈ ਕੰਮ ਸਾਡੇ ਰਹਿ ਜਾਂਦੇ, ਫਿਰ ਯਾਦ ਆਉਂਦਾ ਕਿ ਸੋ ਆਪਣੇ ਆਪ ਨੂੰ ਮੈਡੀਟੇਟ ਕਰਨਾ। ਸੋ ਮੈਡੀਟੇਸ਼ਨ ਦਾ ਮਤਲਬ ਸਮਾਧੀ ਨਹੀਂ ਕਿ ਵੀ ਪਰਮਾਤਮਾ ਨੂੰ ਯਾਦ ਕਰ ਰਿਹਾ ਬੰਦਾ। ਮੈਡੀਟੇਸ਼ਨ ਦਾ ਮਤਲਬ ਹੈ ਕਿ ਆਪਣਾ ਜਿਹੜਾ ਦਿਮਾਗ ਹੈ ਉਸ ਦਿਮਾਗ ਨੂੰ ਬੈਲੈਂਸ ਕਰਨਾ ਹੈ, ਉਸ ਦਿਮਾਗ ਨੂੰ ਇੰਨਾ ਤੇਜ਼ ਨਹੀਂ ਦੌੜਨ ਦੇਣਾ ਕਿ ਸਾਡੀਆਂ ਜਿਹੜੀਆਂ ਗਤੀਵਿਧੀਆਂ ਉਸ ਤੋਂ ਅੱਗੇ ਜਾਵੇ ਔਰ ਅਸੀਂ ਅਟਕ ਕੇ ਗਿਰੀਏ ਕਿਤੇ। ਹਾਂਜੀ, ਗਿਰਨ ਦਾ ਮਤਲਬ ਇਹੀ ਹੈ ਕਿ ਵੀ ਅਸੀਂ ਓਨੀ ਕੁ ਸਪੀਡ ਰੱਖੀਏ ਜਿੰਨੀ ਦੇ ਅਸੀਂ ਕਾਬਲ ਹੈ, ਜਿੰਨੀ ਕੁ ਸਪੀਡ ਨਾਲ ਅਸੀਂ ਕੰਮ ਕਰ ਸਕਦੇ ਹਾਂ। ਸੋ ਇਕਾਂਤ ਦੇ ਵਿੱਚ ਸੋਚਣ ਤੋਂ ਭਾਵ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਸੰਤੁਲਿਤ ਕਰੀਏ, ਆਪਣੇ ਦਿਮਾਗ ਨੂੰ ਬੈਲੈਂਸ ਕਰੀਏ ਔਰ ਆਪਣੀਆਂ ਜਿਹੜੀਆਂ ਗਤੀਵਿਧੀਆਂ ਨੇ ਹਾਂਜੀ। ਉਹਨਾਂ ਤੇ ਆਪਣਾ ਕੰਟਰੋਲ ਕਰੀਏ। ਜਿਸ ਤਰ੍ਹਾਂ ਇੱਕ ਇਨਸਟਿੰਕਟ ਹੈ ਆਪਣੇ ਅੰਦਰ, ਇੱਕ ਇਨਸਟਿੰਕਟ ਇੱਕ ਤਰ੍ਹਾਂ ਦੀ ਫੀਲਿੰਗ ਹੈ, ਇਹ ਇੱਕ ਚਾਹਤ ਪੈਦਾ ਹੁੰਦੀ। ਚਾਹਤ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਇੰਟੈਲੀਜੈਂਸ ਹੈ, ਰੀਜ਼ਨ ਹੈ, ਯਾਨੀ ਲਿਆਕਤ ਜਾਂ ਤਰਕ, ਇਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਇਹ ਚੀਜ਼ ਹੈ ਕਿ ਇਹ ਜਿੰਨੀ ਦੇਰ ਤੱਕ ਸਾਡੀ ਫੀਲਿੰਗ ਸਹੀ ਨਹੀਂ ਜਾਂ ਫੀਲਿੰਗ ਦੇ ਕਹਿਣ ਤੇ ਅਸੀਂ ਕੰਮ ਨਹੀਂ ਕਰਦੇ, ਉਨੀ ਦੇਰ ਤੱਕ ਅਸੀਂ ਉਹ ਮੰਜ਼ਿਲ ਨਹੀਂ ਪਾਰ ਕਰ ਸਕਦੇ, ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਕਾਬਿਲ ਸਿੱਧ ਕਰੀਏ ਜਾਂ ਅਸੀਂ ਬਹੁਤ ਇੰਟੈਲੀਜੈਂਟ ਸਿੱਧ ਕਰੀਏ। ਜੀ, ਇੱਕ ਆਖਰੀ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ। ਕਹਿੰਦੇ ਨੇ ਕਿ ਹਰ ਚੀਜ਼ ਦਾ ਆਧਾਰ ਪਿਆਰ ਹੋਣਾ ਚਾਹੀਦਾ ਹੈ, ਸੰਸਕਾਰ ਹੋਣਾ ਚਾਹੀਦਾ ਹੈ। ਸੰਸਕਾਰ ਤੇ ਪਿਆਰ ਦੇ ਆਧਾਰ ਦੇ ਉੱਤੇ ਤੁਸੀਂ ਸਵੈ ਦਾ ਵਿਕਾਸ ਕਰ ਸਕਦੇ ਹੋ। ਜੀ ਜੀ, ਤੁਸੀਂ ਸਹਿਮਤ ਹੋ ਇਸ ਨਾਲ? ਬਿਲਕੁਲ, ਇਹ ਸਹੀ ਹੈ। ਆਧਾਰ ਪਿਆਰ ਮੁਹੱਬਤ ਹੋਣਾ ਚਾਹੀਦਾ। ਮੈਂ ਕਹਾਂਗਾ ਕਿ ਜਿੰਨੀ ਵੀ ਆਪਣੀ ਜਿਹੜੀ ਡਿਸਕਸ਼ਨ ਹੈ ਜਾਂ ਜੋ ਕੁਛ ਆਪਾਂ ਕਰ ਚੁੱਕੇ ਹਾਂ, ਭਾਈ ਵੀਰ ਸਿੰਘ ਦੀਆਂ ਸਤਰਾਂ ਨੇ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਜੀ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੈ ਬਹਿੰਦੇ। ਬਿਲਕੁਲ। ਸੋ ਜਿਨ੍ਹਾਂ ਦੇ ਅੰਦਰ ਕੋਈ ਲਗਨ ਹੈ ਨਾ, ਉਹ ਆਪਣੇ ਆਪ ਹੀ ਉਹਨਾਂ ਨੇ ਖਿੱਚੀ ਜਾਣਾ ਸਭ ਨੂੰ, ਉਹਨਾਂ ਨੇ ਆਪਣੇ ਆਪ ਹੀ ਇਹ ਕਰੀ ਜਾਣਾ। ਯਾਨੀ ਪਿਆਰ ਜਾਂ ਮੁਹੱਬਤ ਜਾਂ ਪ੍ਰੇਮ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹਦਾ ਸੰਚਾਰ ਜਿੰਨੀ ਦੇਰ ਤੱਕ ਤੁਹਾਡੇ ਆਲੇ ਦੁਆਲੇ ਨਹੀਂ ਹੁੰਦਾ, ਤੁਹਾਡੀ ਫਿਜ਼ਾ ਦੇ ਵਿੱਚ ਨਹੀਂ ਰਚਦਾ, ਉਨੀ ਦੇਰ ਤੱਕ ਤੁਸੀਂ ਕਾਮਯਾਬ ਇਨਸਾਨ ਕਹਾ ਹੀ ਨਹੀਂ ਸਕਦੇ। ਕਹਿੰਦੇ ਨੇ ਨਾ ਕਿ ਬੱਚੇ ਨੂੰ ਬਚਪਨ ਤੋਂ ਹੀ ਸਿਖਲਾਈ ਦਿਓ ਤਾਂ ਹੀ ਉਹਦਾ ਸਵੈ ਵਿਕਾਸ ਹੋਏਗਾ। ਜੀ ਜੀ, ਬਚਪਨ ਦੇ ਵਿੱਚ ਜੇ ਅਸੀਂ ਉਪਹਾਰ ਦਿੰਦੇ ਹਾਂ ਕਿ ਸੰਸਕਾਰ ਦਿੰਦੇ ਹਾਂ, ਜੇ ਉਪਹਾਰ ਨਹੀਂ ਦੇਵਾਂਗੇ ਤਾਂ ਹੋ ਸਕਦਾ ਉਹ ਇੱਕ ਦਿਨ ਜਾਂ 2 ਦਿਨ ਰੋਵੇ, ਜੇ ਸੰਸਕਾਰ ਨਹੀਂ ਦੇਵਾਂਗੇ ਤਾਂ ਪੂਰੀ ਉਮਰ ਰੋਏਗਾ। ਤੇ ਸੰਸਕਾਰ ਜ਼ਰੂਰੀ ਨੇ, ਉਸੇ ਨੂੰ ਸਵੈ ਵਿਕਾਸ ਕਵਾਂਗੇ। ਜੀ ਜੀ। ਕੋਈ ਆਖਰੀ 2-3 ਲਾਈਨਾਂ ਜੇ ਕਿਸੇ ਤੁਹਾਨੂੰ ਯਾਦ ਆ ਰਹੀਆਂ ਨੇ ਕਿਸੇ ਕਵੀ ਦੀਆਂ ਇਸ ਸੰਦਰਭ ਦੇ ਵਿੱਚ? ਮੈਂ ਇਹ ਕਹਾਂਗਾ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਚਾਈਲਡਹੁੱਡ ਵਾਲੀ, ਤੇ ਬਚਪਨ ਦੇ ਵਿੱਚ ਸਾਡੀਆਂ ਜਿਹੜੀਆਂ ਖੁਆਇਸ਼ਾਂ ਹੁੰਦੀਆਂ ਨੇ ਉਹ ਕਿਸੇ ਜਾਇਦਾਦ ਨੂੰ ਹਾਸਲ ਕਰਨ ਲਈ ਨਹੀਂ ਹੁੰਦੀਆਂ, ਉਹ ਜ਼ਿੰਦਗੀ ਨੂੰ ਐਕਸਪਲੋਰ ਕਰਨ ਦੀਆਂ ਹੁੰਦੀਆਂ। ਜੀ, ਜ਼ਿੰਦਗੀ ਨੂੰ ਐਕਸਪਲੋਰ ਦਾ ਮਤਲਬ ਕਿ ਜ਼ਿੰਦਗੀ ਨੂੰ ਸਮਝਣ ਦੀਆਂ ਹੁੰਦੀਆਂ ਨੇ। ਬਿਲਕੁਲ ਠੀਕ ਹੈ। ਇਹ ਜਿਹੜੀ ਤੁਸੀਂ ਬਚਪਨ ਦੀ ਗੱਲ ਕੀਤੀ ਹੈ ਨਾ, ਇਹ ਆਪਣੇ ਆਪ ਦੇ ਵਿੱਚ ਇੱਕ ਕਵਿਤਾ ਹੈ ਔਰ ਸਾਡੇ ਸਾਰਿਆਂ ਦੇ ਅੰਦਰ ਇੱਕ ਬੱਚਾ ਹੈ ਔਰ ਬੱਚੇ ਨੂੰ ਹਮੇਸ਼ਾ ਜਿਉਂਦਾ ਰੱਖੀਏ, ਸ਼ਰਾਰਤੀ ਰੱਖੀਏ, ਸੰਸਕਾਰੀ ਰੱਖੀਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਔਰ ਤੁਸੀਂ ਆਪਣਾ ਵੱਡਮੁੱਲਾ ਸਮਾਂ ਸਾਨੂੰ ਦਿੱਤਾ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।